ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਜਸਵੀਰ ਸਿੰਘ ਪੱਟੀ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਸਾਡੇ ਸਮੂਹ ਪੱਤਰਕਾਰ ਸਾਹਿਬਾਨ ਤੇ ਰੇਡੀਓ ਪੰਜਾਬ ਟੁਡੇ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਹੈ 12 ਅਕਤੂਬਰ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜੇ ਹੋਏ। ਪ੍ਰੋਗਰਾਮ ਹੁਣ ਤੋਂ 4 ਘੰਟਿਆਂ ਬਾਅਦ ਯਾਨੀ ਕਿ 10:30 ਵਜੇ ਰਿਪੀਟ ਹੋਏਗਾ ਅਤੇ ਫਿਰ ਅਗਲੀ ਸਵੇਰ 4:30 ਵਜੇ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ ਤੋਂ 2020 CDL ਡਰਾਈਵਿੰਗ ਸਕੂਲ ਵੱਲੋਂ, ਜੋ ਦਾਅਵਾ ਕਰਦੇ ਨੇ ਕਿ ਤੁਸੀਂ ਇਹਨਾਂ ਕੋਲ ਆਓ, ਤੁਹਾਨੂੰ ਰਿਹਾਇਸ਼ ਦਾ ਪ੍ਰਬੰਧ ਵੀ ਫ੍ਰੀ ਕਰਕੇ ਦੇਣਗੇ ਅਤੇ ਨੇੜੇ ਤੇ ਤੇੜੇ ਆਉਣ ਵਾਲਿਆਂ ਨੂੰ ਫ੍ਰੀ ਪਿਕ ਐਂਡ ਡਰੋਪ ਵੀ ਦਿੱਤਾ ਜਾਏਗਾ। ਅਤੇ ਜੇਕਰ ਤੁਹਾਡੇ ਕੋਲ ਟਿਊਸ਼ਨ ਫੀ ਦੀ ਵੀ ਕੋਈ ਕਮੀ ਹੈ ਤਾਂ ਤੁਹਾਨੂੰ ਫਾਈਨੈਂਸ ਦੀ ਸਹੂਲਤ ਵੀ ਦਿੱਤੀ ਜਾਏਗੀ। ਤੁਸੀਂ ਇਹਨਾਂ ਕੋਲੋਂ ਸਕੂਲ ਬੱਸ ਡਰਾਈਵਰ ਦੀ ਟ੍ਰੇਨਿੰਗ ਲੈ ਕੇ ਤੁਰੰਤ ਜਿਹੜੀ ਹੈ ਜੋਬ ਪਾ ਸਕਦੇ ਹੋ, ਅੱਛੀ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟਰੈਕਟਰ ਟ੍ਰੇਲਰ, ਕਾਰ, ਬੱਸ, ਜੀਪ ਜੋ ਵੀ ਹੈ A, B and P ਦੀ ਟ੍ਰੇਨਿੰਗ ਲੈ ਸਕਦੇ ਹੋ। ਉਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ, ਸਾਰੀਆਂ ਲੈਂਗੁਏਜਿਸ ਯਾਨੀ ਕਿ ਪੰਜਾਬੀ, ਹਿੰਦੀ, ਇੰਗਲਿਸ਼, ਸਪੈਨਿਸ਼, ਉਰਦੂ, ਅਰੈਬਿਕ ਦੇ ਵਿੱਚ ਤੁਹਾਨੂੰ ਇਹ ਸਿਖਾਉਂਦੇ ਨੇ। ਸੋ ਸਨੀ ਨਾਲ ਸੰਪਰਕ ਕਰ ਲਓ 5406560985 ਤੇ। ਅਕਾਲ ਟਰੱਕ ਐਂਡ ਟ੍ਰੇਲਰ ਜੋ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ 'ਤੇ ਹੈ ਜੀ, ਇੱਥੇ ਤੁਹਾਨੂੰ ਖੁੱਲ੍ਹੀ ਪਾਰਕਿੰਗ, ਕੁਇਕ ਟਰੱਕ ਲਿਊਬ ਦੇ ਨਾਲ DOT ਸੇਫਟੀ, ਟਰੈਕਟਰ ਟ੍ਰੇਲਰ ਦਾ ਸਾਰਾ ਕੰਮ ਜਿਹੜਾ ਕਿ ਤੁਹਾਨੂੰ ਕਰਕੇ ਦਿੰਦੇ। ਸੈਮੀ ਅਤੇ ਟ੍ਰੇਲਰ ਦਾ ਬਲਤੇਜ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। 204 459 2000। ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਸੈਟਲ ਦੇ ਵਿੱਚ ਹੀ ਕੰਮ ਕਰਨਾ ਚਾਹੁੰਦੇ ਹੋ ਤਾਂ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 2063544060। ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਕੁਛ ਹੋਰ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਦੇ ਨਾਲ ਆਪਾਂ ਅੱਗੇ ਵਾਰਤਾਲਾਪ ਤੋਰਾਂਗੇ ਜੀ। ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਤ ਦੇ ਵਿੱਚ ਮੇਰੇ ਨਾਲ ਇਸ ਵਕਤ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ, ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਡੇਰੇ ਵਾਲੇ ਦੀ ਅੱਜ ਤਰੀਕ ਸੀਗੀ ਸਜ਼ਾ ਸੁਣਾਉਣ ਦੀ। ਜੀ ਜੀ, ਕੀ ਕੁਛ ਹੋਇਆ ਜੀ, ਅਪਡੇਟ? ਦੇਖੋ ਜੀ, ਡੇਰੇਵਾਲ ਵਾਲੇ ਨੂੰ ਜਿਹੜੀ ਥੋੜੀ ਜਿਹੀ ਰਾਹਤ ਮਿਲ ਗਈ ਹਾਲ ਦੀ ਘੜੀ ਤੇ, ਚਲੋ ਉਹਦੀ ਸਜ਼ਾ ਅੱਗੇ ਪਾ ਦਿਓ। ਹੁਣ ਜਿਹੜੀ ਸੀਬੀਆਈ ਦੀ ਕੋਰਟ ਉਹਨੇ 18 ਤਰੀਕ ਪਾਈ ਜੀ, ਫੈਸਲਾ ਰਾਖਵਾਂ ਰੱਖ ਲਿਆ ਗਿਆ। ਅੱਜ ਪੂਰੀ ਉਮੀਦ ਸੀ ਵੀ ਕੁਛ ਨਾ ਕੁਛ ਹੋਏਗਾ, ਲੇਕਿਨ ਇਸ ਕਾਂਡ ਦੇ ਨਾਲ ਇੱਕ ਬੰਦਾ ਜੁੜਿਆ, ਇਹ ਬਲਵੰਤ ਸਿੰਘ ਦਾ ਨਾਮ ਜੀ। ਇਹ ਮਾਸਟਰ ਬਲਵੰਤ ਸਿੰਘ, ਇਹ ਉਹਦਾ ਰਣਜੀਤ ਸਿੰਘ ਦਾ ਗੁਆਂਢੀ ਸੀ ਜੀ। ਇਹ ਕਹਿੰਦਾ ਵਾ ਵੀ ਪਹਿਲਾਂ ਜਿਹੜਾ ਪਰਚਾ ਦਰਜ ਕਰਾਇਆ ਇਹਦੇ ਫਾਦਰ ਨੇ ਕਿਸੇ ਹੋਰ ਬੰਦੇ ਦਰਜ ਕਰਾਇਆ ਜੀ। ਬਾਅਦ ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਜਿਹੜੇ ਛਤਰਪਤੀ ਨੇ ਉਹਨਾਂ ਦਾ ਮਰਡਰ ਹੋਇਆ, ਉਹਦੇ ਵਿੱਚ ਇੱਕ ਬੰਦਾ ਜਦੋਂ ਫੜਿਆ ਗਿਆ ਤੇ ਉਹਨੇ ਫਿਰ ਮੰਨਿਆ ਵੀ ਅਸੀਂ ਜਿਹੜਾ ਸੀ ਉਹ ਰਣਜੀਤ ਦਾ ਕਤਲ ਵੀ ਕੀਤਾ ਜੀ। ਉਸ ਕੇਸ ਦੇ ਵਿੱਚ ਫਿਰ ਜਿਹੜਾ ਸੀ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਇਹਦਾ ਫਾਦਰ ਬਲਵੰਤ ਸਿੰਘ, ਮਾਸਟਰ ਬਲਵੰਤ ਸਿੰਘ ਜੀ, ਇਹਨੂੰ ਜਦੋਂ ਸੂਹ ਮਿਲੀ ਤੇ ਉਹ ਬਕਾਇਦਾ ਤੌਰ ਤੇ ਪੁਲਿਸ ਕੋਲ ਗਿਆ ਵੀ ਭਾਈ ਇਸ ਕੇਸ ਦੇ ਵਿੱਚ ਗਲਤ ਬੰਦੇ ਫੜੇ ਤੁਸੀਂ, ਅਸੀਂ ਬੰਦੇ ਹੋਰ। ਉਹ ਕਹਿੰਦਾ ਅਸੀਂ ਕੀ ਕਰ ਸਕਦੇ, ਤੁਸੀਂ ਕ੍ਰਾਈਮ ਬ੍ਰਾਂਚ ਕੋਲੇ ਜਾਓ। ਅੱਛਾ ਜੀ। ਉਹ ਪੁਲਿਸ ਕੋਲ ਮੁੜ ਕੇ ਕ੍ਰਾਈਮ ਬ੍ਰਾਂਚ ਕੋਲ ਗਿਆ ਤੇ ਕ੍ਰਾਈਮ ਬ੍ਰਾਂਚ ਨੇ ਇਨਵੈਸਟੀਗੇਸ਼ਨ ਕੀਤੀ। ਵਾਕਿਆ ਇਹ ਗੱਲ ਤੁਹਾਡੀ ਠੀਕ ਹੈ ਕਿ ਇਹ ਬੰਦਾ ਫੜਿਆ ਗਿਆ, ਇਹ ਮੰਨਿਆ ਵੀ ਕਤਲ ਅਸੀਂ ਕੀਤਾ ਜੀ। ਉੱਥੋਂ ਫਿਰ ਡੇਰੇਵਾਲ ਸੂਈ ਘੁੰਮੀ, ਫਿਰ ਉਹਦੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਨੇ ਕੱਢਿਆ ਜੀ। ਕ੍ਰਾਈਮ ਬ੍ਰਾਂਚ ਤੋਂ ਬਾਅਦ ਫਿਰ ਸੀਬੀਆਈ ਕੋਲ ਗਿਆ। ਸੀਬੀਆਈ ਨੇ ਫਿਰ ਇੱਕ ਨੁਕਤਾ ਕੱਢ ਕੇ ਤੇ ਉਹ ਬੰਦੇ ਰੱਖ ਦਿੱਤੇ ਵੀ ਇਹ ਬੰਦੇ ਆ ਸੌਦਾ ਸਾਧ ਵਿੱਚ ਇਨਵੋਲਵ। ਮਾਮਲਾ ਚਿੱਠੀ ਦਾ ਸੀਗਾ ਜੀ, ਚਿੱਠੀ ਦਾ ਸੀ ਬਿਲਕੁਲ। ਇੱਕ ਚਿੱਠੀ ਜਿਹੜੀ ਲਿਖੀ ਗਈ ਸੀ, ਬੇਸਿਕਲੀ ਉਹ ਚਿੱਠੀ ਸਾਧਵੇਂ ਨੇ ਲਿਖੀ ਸੀ ਤੇ ਰਣਜੀਤ ਸਿੰਘ ਬਾਰੇ ਸੌਦਾ ਸਾਹਿਬ ਨੂੰ ਇਹ ਸੀ ਕਿ ਸ਼ਾਇਦ ਇਹਨੇ ਆਪਣੀ ਭੈਣ ਕੋਲ ਚਿੱਠੀ ਲਿਖਾਈ। ਉਹਦੀ ਭੈਣ ਵਥਰੇਂਦੀ ਸੀ, ਵਥਰੇਂਦਾ ਸੀਗਾ। ਤੇ ਰਣਜੀਤ ਸਿੰਘ ਫਿਰ ਤਰਕਸ਼ੀਲ ਦੀਆਂ ਕਿਤਾਬਾਂ ਪੜ੍ਹ ਕੇ ਕਾਫੀ ਹੱਦ ਤੱਕ ਆਪਣੀ ਉਹਦੀ ਜਿਹੜੀ ਸੀ ਸੋਚ ਬਦਲ ਗਈ ਸੀ। ਉਹਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਪਤਾ ਲੱਗਾ ਵੀ ਜੇ ਚੱਲ ਗਿਆ ਤੇ ਬਹੁਤ ਕੁਝ ਉਜਾਗਰ ਕਰਦੇ ਰਹੇ ਬਾਹਰ ਜਾ ਕੇ ਤੇ ਪਹਿਲਾਂ ਇਹਦਾ ਕੰਡਾ ਕੱਢੂ ਜੀ। ਉਹਨਾਂ ਨੇ ਫਿਰ ਉਹਦਾ ਕੰਡਾ ਕੱਢਿਆ, ਦੋਸ਼ ਲਾਇਆ ਵੀ ਤੇਰੀ ਭੈਣ ਨੇ ਚਿੱਠੀ ਲਿਖੀ ਤੇ ਤੂੰ ਲਿਖਾਈ। ਬੇਸਿਕਲੀ ਉਹ ਚਿੱਠੀ ਇੱਕ ਨਹੀਂ 2-3 ਚਿੱਠੀਆਂ ਸੀ। ਚਿੱਠੀ ਲਿਖੀ ਗਈ ਸੀ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਜੀ। ਬਿਲਕੁਲ ਬਿਲਕੁਲ। ਉਹਨਾਂ ਤੋਂ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਸੁਪਰੀਮ ਕੋਰਟ ਨੂੰ ਲਿਖੀ, ਕੋਈ ਕਾਰਵਾਈ ਨਹੀਂ ਹੋਈ। ਹਾਈ ਕੋਰਟ ਨੂੰ ਲਿਖੀ, ਕੋਈ ਕਾਰਵਾਈ ਨਹੀਂ ਹੋਈ। ਜਦੋਂ ਮੀਡੀਆ 'ਚ ਨਿਕਲ ਗਈਆਂ ਫੇਰ ਗੱਲਾਂ ਬਣੀਆਂ। ਉਹ ਤੇ ਫਿਰ ਜਿਹੜਾ ਰਾਮਚੰਦਰ ਛਤਰਪਤੀ ਸੀ, ਉਹਦਾ ਇੱਕ ਵੀਕਲੀ ਅਖਬਾਰ ਨਿਕਲਦਾ ਸੀ। ਉਦੋਂ ਸਾਡੀ ਜਥੇਬੰਦੀ ਉਹਦੇ ਹੱਕ 'ਚ ਮੁਜ਼ਾਹਰਾ ਕਰਨ ਗਈ ਸੀ। ਹਾਂ ਬਿਲਕੁਲ ਗਏ ਸੀ ਜੀ ਆਪਾਂ ਉੱਥੇ। ਉਹਦੇ ਵਿੱਚ ਕੀ ਹੋਇਆ ਸੀ ਵੀ ਇਹਨਾਂ ਨੇ ਮੁੜ ਕੇ ਚਿੱਠੀ ਲਿਖੀ। ਜਦੋਂ ਇਹਨੂੰ ਪਹਿਲੀ ਚਿੱਠੀ ਤੇ ਉਹਨੂੰ ਇਹ ਧਮਕੀ ਆਈ, ਦੂਜੀ ਤੇ ਲਾਜ ਤੇ ਤੀਜੀ ਤੇ ਗੋਲੀ ਮਿਲੀ। 2 ਬੰਦੇ ਆਏ, ਗੋਲੀ ਮਾਰ ਕੇ ਗਾਂ ਗਏ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੰਨੀ ਦਿਲਬਦੀ ਸੀ ਤੇ ਉਹ ਤਾਂ ਜੀ ਉਦੋਂ ਤਾਂ ਪੱਟੀ ਸਾਹਿਬ ਜਿਹੜੇ ਉੱਥੇ ਪੱਤਰਕਾਰ ਵੀ ਆ, ਉਹ ਜਿਹੜਾ ਸਰਕਾਰੀ ਹੋਟਲ ਸੀਗਾ ਉੱਥੇ ਰੱਖੀ ਸੀ ਸਾਰੀ ਕਾਨਫਰੰਸ ਤੇ ਮੈਂ ਉੱਥੇ ਬੋਲਿਆ। ਉਦੋਂ ਬਾਅਦ ਮੈਨੂੰ ਵੀ ਧਮਕੀਆਂ ਦੇਣ ਲੱਗ ਪਏ ਸੀ ਵੀ ਤੂੰ ਇੰਨਾ ਕੁਛ ਕਿਉਂ ਬੋਲਿਆ। ਦਾਨੇ ਵਾਲੇ ਸਾਹਿਬ ਇਹਨਾਂ ਦੀ ਬਹਾਦਰੀ ਦਾ ਮੈਨੂੰ ਕਿੱਸਾ ਸੁਣਨ ਲੱਗਾ ਜੀ। ਆਸ਼ੂਤੋਸ਼ ਦੇ ਇੱਕ ਬੰਦੇ ਤੇ ਬੁੜੀਆਂ ਲਿਆਂਦੇ ਬੜੇ ਇਹਨਾਂ ਜਿਹੜੇ ਜੀ ਜੈਂਟਰੀ ਸਾਈਜ਼ ਦੇ। ਉਹ ਬੰਦੇ ਆਏ ਤੇ ਅੰਮ੍ਰਿਤਸਰ ਦੇ ਉੱਤੇ ਪੁਲ ਤੇ ਧਰਨਾ ਦਿੱਤਾ ਸਰਕਾਰ ਦੇ ਖਿਲਾਫ। ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ, ਅਸੀਂ ਆਹ ਕਰ ਦੇਂਗੇ, ਜੇ ਕਰ ਦੇਂਗੇ, ਬੜਾ ਕਰੌੜਾ ਪਾਇਆ।
पुलिस वाले मैं DSP कहना जी हल करिए बड़ा दिन हो गया बंद देखो कितने लोग परेशान होंगे ते मैं उन्होंने कहा बीबीओ हुण जाओ तुसी तुहाडी हाजिरी लग गई तुसी की वाधू हो गया काम। हाँ अपनी प्रेफरेंस करो और ना ना असीं ते रात ही रवांगे इत्थे कर देंगे कड़ाके पुल नहीं खाली करेंगे जिस फिर सुनवाई ना होई। कुदरती होया की जी कि बस स्टैंड तो एक जीप तुरी ते जीप वाला ਉਹਦੇ ਸੈਂਟਰ ਚ ਆ ਕੇ ਰਾਮਬਾਗ ਆ ਕੇ ਆਪਣਾ ਜਿਹੜਾ ਸੀ ਜੀਪ ਦਾ ਜਿਹੜਾ ਸੀ ਪੰਪ ਉਹ ਮਾਈਕਰੋ ਡੀਜ਼ਲ ਵਿਖਾਉਣਾ ਸੀਗਾ। ਉਹ ਜਿਹੜੀ ਜੀਪ ਸੀ ਉਹਦੇ ਵਿੱਚ 4-5 ਜਾਣੇ ਬਰਛੇ ਲੈ ਕੇ ਤੇ ਬੰਦੂਕਾਂ ਲੈ ਕੇ ਤੇ ਖੜੇ ਸੀਗੇ। ਅੱਛਾ ਜੀ। ਅੱਗੇ ਇੱਕ ਬਾਬਾ ਬੈਠਾ ਤੇ ਇੱਕ ਚਵਾਰਾ ਤੇ ਓਪਨ ਜੀਪ ਸੀ। ਮੈਂ ਕਿਹਾ ਬੀਬੀ ਜੀ ਵੀ ਤੁਸੀਂ ਨਹੀਂ ਜਾਣਾ ਤੇ ਨਿਹੰਗ ਸਿੰਘ ਆ ਗਏ ਜੀ। ਮੇਰਾ ਖਿਆਲ ਵੀ ਮਿੰਟ 3 ਨਹੀਂ ਲੱਗੇ 3 ਮਿੰਟ 3 ਮਿੰਟ ਸਭ ਪੁਲ ਖਾਲੀ। ਅੱਛਾ ਪੁਲ ਖਾਲੀ। ਇੰਨੇ ਇੱਕ ਬਹਾਦਰ ਬੰਦੇ ਸੀ ਉਹ। ਮੈਂ ਕਿਹਾ ਹੋਣੀ ਭੱਜੀ ਹੁੰਦੇ ਰੁਪਏ ਲੱਗੇ ਆ ਜਾਓ ਜਰੀ ਕਾ। ਉਹ ਸਵਾਬ ਨਾਲ ਉਹਨਾਂ ਨੂੰ ਉੱਥੇ ਥੋੜੀ ਜਿਹੀ ਟ੍ਰੈਫਿਕ ਸੀਗੀ ਤੇ ਉਹਨਾਂ ਨੂੰ ਟਾਈਮ ਲੱਗ ਗਿਆ 4-5 ਮਿੰਟ ਲੱਗ ਗਏ ਉੱਥੇ ਕੋਲ ਲੱਗਿਆ ਉਹਨਾਂ ਨੂੰ। ਤੇ ਉਹਨਾਂ ਦੇ ਉੱਥੇ ਆਪਣੀ ਜਿਹੜੀ ਸੀ ਉਹ ਜੀਪ ਖੜੀ ਕਰਤੀ। ਮੈਂ ਕਿਹਾ ਪਤਾ ਕਰੀਏ ਬਾਬਿਆਂ ਨੂੰ ਕੀ ਹੋਇਆ। ਉਹ ਬਾਬਾ ਸਾਡੇ ਕੋਲ ਗੱਡੀ ਵੀ ਠੀਕ ਹੁੰਦਾ ਮੈਨੂੰ ਬੰਦਾ ਪੱਟੀ ਨਾਲ ਕੀ ਗੱਲ ਹੋਈ ਹੈ। ਮੈਂ ਕਿਹਾ ਕੋਈ ਗੱਲ ਨਹੀਂ ਬਾਬਾ ਤੁਸੀਂ ਇੱਥੇ ਕਿਵੇਂ। ਕਹਿੰਦਾ ਯਾਰ ਸਾਈਡ ਡੀਜ਼ਲ ਪੰਪ ਚ ਨੁਕਸ ਪੰਪ ਚੈੱਕ ਕਰਾਉਣਾ ਸੀ। ਮੈਂ ਕਿਹਾ ਚਲੋ ਠੀਕ ਹੈ। ਅਗਲੇ ਦਿਨ ਖਬਰਾਂ ਲੱਗੀਆਂ ਵੀ ਇੰਨੇ ਇੱਕ ਬਹਾਦਰ ਨੇ ਲੋਕ ਇਹਨਾਂ ਦੀ ਬਹਾਦਰੀ ਦੇ ਕਿਸੇ ਵੀ ਨਹੀਂ ਹੈਗੇ। ਫਿਰ ਜੀ ਹੁਣ ਉਹ ਚਿੱਠੀ ਜਿਹੜੀ ਉਹਦੇ ਲਿਖੀ ਸੀ ਉਹ ਫਿਰ ਪ੍ਰਧਾਨ ਮੰਤਰੀ ਤੇ ਵੀ ਕਾਰਵਾਈ ਨਹੀਂ ਹੋਈ। ਫਿਰ ਉਹਦੇ ਕਤਲ ਤੋਂ ਬਾਅਦ ਕਾਰਵਾਈ ਹੋਈ। ਹੁਣ ਮੈਂ ਤਾਂ ਦੱਸਦੇ ਬੰਦੇ ਪਹਿਲੇ ਜਿਹੜੇ ਸੀ ਉਹਨਾਂ ਦੇ ਇੱਕ ਮਾਮਲਾ ਦਰਜ ਕਰਾਇਆ ਸੀ। ਅੰਮ੍ਰਿਤਸਰ ਚ ਕੀ ਹੋਇਆ ਕਾਂਗਰਸੀ ਆਗੂ ਆਨੰਦ ਭਾਟੀਆ ਤੇ ਅਟੈਕ ਹੋਇਆ ਜੀ। ਉਹਦੇ ਕੇਸ ਦੇ ਵਿੱਚ 3 ਮੁੰਡੇ ਪੁਲਿਸ ਨੇ ਕੁੱਟ ਕੇ ਮੋਹ ਕਰ ਦਿੱਤੇ ਮਨਾ ਲਿਆ ਵੀ ਅਸੀਂ ਵਾਲਾ ਕੀਤਾ ਜੀ। ਉਹ ਬਚ ਗਏ ਸੀ ਉਹਦੇ ਚ ਵੈਸੇ ਜੀ। ਉਹਨਾਂ ਨੂੰ ਬਕਾਇਦਾ ਤੌਰ ਤੇ ਫਿਰ ਇੱਥੋਂ ਖੜਿਆ ਗਿਆ ਕੁੱਟ ਕੱਟ ਕੇ ਸੀਏ ਸਟਾਫ ਤੋਂ ਮੁੜ ਕੇ SHO ਹੁੰਦੇ ਸੀ ਘਰਿੰਡੇ ਉਹਨਾਂ ਦਿਨਾਂ ਚ ਆਪਣੇ ਮਾਨਯੋਗ ਇਕਬਾਲ ਸਿੰਘ ਹੋਣੀ ਲਾਲਪੁਰਾ। ਅੱਛਾ ਜੀ। ਘਰਿੰਡੇ ਦਾ ਤਾਂ ਥਾਣਾ ਹੀ ਬੜਾ ਮਸ਼ਹੂਰ ਹੈ। ਜਿਹਨੇ ਸੇ ਬੰਦੇ ਸੀ ਇਹਨਾਂ ਕੋਲ ਚਲੇ ਗਏ। ਇਹ ਉਹਨਾਂ ਨੂੰ ਪੁੱਛਣ ਲੱਗੇ ਵੀ ਦੱਸੋ ਕਾਕਾ ਕੀ ਗੱਲ ਹੋਈ ਹੈ। ਕਹਿੰਦੇ ਜੀ ਤੁਸੀਂ ਸਾਨੂੰ ਜੇਲ੍ਹ ਭੇਜੋ ਫਟਾਫਟ ਜੋ ਇਹ ਗੱਲ ਵੀ ਠੀਕ ਹੋਈ ਹੈ। ਅੱਛਾ ਜੀ। ਸਾਨੂੰ ਇੱਥੇ ਰੱਖਣ ਜੇਲ੍ਹ ਭੇਜੋ ਸਾਨੂੰ। ਅੱਛਾ ਕਾਲੇ ਹੋ ਗਏ ਉਹਨਾਂ। ਫਿਰ ਉਹਨੂੰ ਜਿਹੜੀ ਸੀ ਤੇ ਬਰਫੀ ਖਾਈ ਦੁੱਧ ਪਿਆ ਚਾਹ ਵੀ ਪਿਆ ਥੋੜ੍ਹਾ ਸੁਤਰ ਕੀਤਾ ਉਹਨਾਂ ਨੂੰ। ਕਹਿੰਦੇ ਕਾਕਾ ਸੱਚੀ ਗੱਲ ਕੀ ਹੈ। ਕਹਿੰਦਾ ਸੱਚੀ ਗੱਲ ਨਹੀਂ ਅਸੀਂ ਕਤਲ ਅਸੀਂ ਬਿਲਕੁਲ ਮਨਾ ਨਹੀਂ ਕੀਤਾ ਸਾਨੂੰ ਕੁੱਟ ਕੇ ਮਨਾਇਆ ਗਿਆ ਅਸੀਂ ਬਿਲਕੁਲ ਨਹੀਂ ਕੀਤਾ। ਉਹ ਕਹਿੰਦੇ ਤੁਸੀਂ ਮੰਨ ਕੋ ਰਹੇ ਹੋ ਆਪਣੇ ਕੀ ਕਰੀਏ ਅਸੀਂ ਨਹੀਂ ਸਾਡੀ ਕੁੱਟ ਜਾਂ ਲੱਤਾਂ ਸਜਾਈਆਂ ਪਏ ਪੈਰ ਸਜਾਏ ਪਏ ਸਾਡਾ ਸਰੀਰ ਕੁੱਟ ਸਜਾਇਆ ਪਿਆ ਸਾਡਾ ਬਾਂਹ ਸਾਡੀ ਤਾਂ ਨਹੀਂ ਹੁੰਦੀ ਇੰਨੀਆਂ ਖਿੱਚੀਆਂ ਸੀ ਬਾਹਾਂ ਇੰਨੀਆਂ ਤੇ ਸਾਨੂੰ ਤੁਸੀਂ ਜੇਲ੍ਹ ਭੇਜੋ ਫਟਾਫਟ ਅਸੀਂ ਕੀਤਾ ਜੀ ਜੋ ਕੀਤਾ ਕਿੱਥੇ ਕੀਤਾ ਜੀ। ਪੁਲਿਸ ਨੇ ਜੇਲ੍ਹ ਭੇਜਤੇ। ਉਹਨਾਂ ਨੂੰ ਜੇਲ੍ਹ ਭੇਜਣ ਤੋਂ ਬਾਅਦ ਅਸਲੀ ਬੰਦਾ ਫੜਿਆ ਗਿਆ ਵੀ ਅਟੈਕ ਨਹੀਂ ਕੀਤਾ ਸੀ। ਉਹਨੂੰ ਮੁੜ ਕੇ ਪੁੱਛਿਆ ਨਹੀਂ ਕਿਸੇ ਨੇ। ਪੁੱਛਣਾ ਕੀ ਸੀ ਤੇ ਸਾਡੀ ਪੁਲਿਸ ਦਾ ਹਾਲ ਆ ਵੀ ਤੁਸੀਂ ਅਸਲੀਅਤ ਨੂੰ ਜਿਹੜੀ ਲੁਕਾਉਣ ਦੀ ਖਾਤਰ ਲੋਕਾਂ ਨੂੰ ਕੁੱਟ ਕੇ ਮਨਾਈ ਜਾਂਦੇ ਵੀ ਆਹ ਗੱਲ ਤੁਸੀਂ ਮੰਨੋ ਤੇ ਤੁਹਾਨੂੰ ਛੱਡ ਤੱਕ ਜੇਲ੍ਹ ਭੇਜਣਾ ਆਪਣੀ। ਬਿਲਕੁਲ। ਇਸ ਕਰਕੇ ਇਸ ਕੇਸ ਦੇ ਵਿੱਚ ਵੀ ਜਿਹੜਾ ਸੀ ਪੁਲਿਸ ਨੇ ਪੂਰਾ ਥੋਰੋਲੀ ਇਨਵੈਸਟੀਗੇਟ ਜੇ ਕਰਨੀ ਸ਼ੁਰੂ ਦੇ ਵਿੱਚ ਤੇ ਸੱਚਾਈ ਸਾਹਮਣੇ ਆ ਜਾਂਦੀ ਲੇਕਿਨ ਕੀਤਾ ਨਹੀਂ। ਲੇਕਿਨ ਡੇਰਾ ਸਿਰਸਾ ਦਾ ਮਾਮਲਾ ਜਿਹੜਾ ਵਾ ਲਗਭਗ 18 ਤੱਕ ਤੇ ਚੱਲਦਾ ਰਹੇਗਾ। ਲੇਕਿਨ ਉਹਨਾਂ ਨੇ ਸਿਰਸੇ ਵਾਲੇ ਬਾਬੇ ਨੇ ਆਪਣੀ ਜਿਹੜੀ ਆ ਮੂੰਹ ਬੋਲੀ ਧੀ ਹਨੀਪ੍ਰੀਤ ਤੇ ਆਪਣੀ ਮਾਂ ਨਾਲ ਮੁਲਾਕਾਤ ਦੀ ਜਿਹੜਾ ਸੀ ਸਮਾਂ ਮੰਗਿਆ ਜੀ ਵੀ 12 ਤਰੀਕ ਤੋਂ ਪਹਿਲਾਂ ਮੇਰੀ ਮੂੰਹ ਬੋਲੀ ਧੀ ਹਨੀਪ੍ਰੀਤ ਕੌਰ ਤੇ ਮੇਰੀ ਮਾਤਾ ਨਸੀਬ ਕੌਰ ਨਾਲ ਮੇਰੀ ਮੁਲਾਕਾਤ ਕਰਾਈ ਜਾਏ। ਜੇਲ੍ਹ ਪ੍ਰਸ਼ਾਸਨ ਨੇ ਮਨਾ ਕਰਤਾ ਸੀ। ਮਨਾ ਕਿਉਂ ਕੀਤਾ ਸੀ ਜੀ। ਹਨੀਪ੍ਰੀਤ ਚਰਚਾ ਦਾ ਵਿਸ਼ਾ ਵਾ। ਚਰਚਾ ਦਾ ਵਿਸ਼ਾ ਕਰਕੇ ਅਧਿਕਾਰੀ ਇਸ ਗੱਲ ਤੋਂ ਡਰਦੇ ਸੀ ਵੀ ਜਦੋਂ ਸਰਸਾ ਸਾਧ ਦਿੱਲੀ ਤੋਂ ਆਪਣੇ ਸੁਨਾਰੀਏ ਜੇਲ੍ਹ ਆਇਆ ਸੀ ਉਹਦੀ ਗੱਡੀ 'ਚ 2 ਕੁੜੀਆਂ ਬੈਠ ਕੇ ਆਈਆਂ ਸੀ ਨਾਲ। ਅੱਛਾ ਜੀ। ਉਹਨਾਂ ਦੇ ਮੁੜ ਕੇ ਰੌਲਾ ਪਿਆ ਵੀ ਇਹ ਕੁੜੀਆਂ ਕੌਣ ਸੀਗੀਆਂ। ਮੁੜ ਕੇ ਉਹ DSP ਸਸਪੈਂਡ ਹੋ ਗਿਆ ਸੀ ਵਿਚਾਰਾ ਤੇ DSP ਨੇ ਕਿਹਾ ਸੀਗਾ ਵੀ ਮੈਨੂੰ ਤੇ ਭਾਈ ਇਹ ਕੁੜੀਆਂ ਬਿਠਾਉਣ ਵਾਸਤੇ ਨਾਲ ਜਿਹੜਾ ਸੀ ਦਿੱਲੀ ਤੋਂ ਇੱਕ ਬੜੇ ਵੱਡੇ ਚੰਡੀਗੜ੍ਹ ਤੋਂ ਬੜੇ ਵੱਡੇ ਇੱਕ ਅਧਿਕਾਰੀ ਦਾ ਫੋਨ ਆਇਆ ਜੀ ਲੇਕਿਨ ਉਹਨੇ ਨਾਂ ਨਹੀਂ ਸੀ ਦੱਸਿਆ। ਹੁਣ ਇਹ ਜੇਲ੍ਹ ਵਾਲੇ ਡਰ ਗਏ ਵੀ ਜੇ ਕਿਤੇ ਹਨੀਪ੍ਰੀਤ ਦੀ ਅਸੀਂ ਮੁਲਾਕਾਤ ਕਰਾ ਦਿੱਤੀ ਤੇ ਕਿਤੇ ਸਾਡੇ ਤੇ ਵੀ ਇਹੋ ਜਿਹੀ ਕੋਈ ਭਾਣਾ ਨਾ ਵਰਤੇ ਜਿਸ ਕੇ ਮੁਲਾਕਾਤ ਕਰਾਉਣੀ ਨਹੀਂ ਜੀ। ਉਹਨਾਂ ਆਪਣਾ ਬਚਾਅ ਕੀਤਾ। ਹਾਲੀ ਕਿ ਤੁਹਾਨੂੰ ਪਤਾ ਹੋਏਗਾ ਵੀ ਜਦੋਂ ਹਨੀਪ੍ਰੀਤ ਇੱਕ ਵਾਰੀ ਮੀਡੀਆ ਦੇ ਸਾਹਮਣੇ ਆਈ ਸੀਗੀ ਜੀ। ਹਾਂ ਉਹਨੇ ਕਿਹਾ ਸੀ ਮੇਰੇ ਪੱਲੇ ਛੱਡਿਆ ਤੁਸੀਂ ਕੀ ਦੱਸੋ ਮੈਨੂੰ ਤੁਸੀਂ ਮੂੰਹ ਜਾਂ ਆਪਣਾ ਮਾਈਕ ਚ ਚੁੱਕ ਕੇ ਆ ਜਾਂਦੇ ਮੇਰੀ ਗੱਲ ਸੁਣ ਤੇ ਤੁਹਾਡੀ ਗੱਲ ਮੈਂ ਕੀ ਸੁਣ ਦੱਸੋ ਤੁਸੀਂ।
ਕਦੀ ਘੋਖ ਕੀਤੀ ਆ ਵੀ ਮੇਰਾ ਬਾਪ ਬੇਟੀ ਦਾ ਰਿਸ਼ਤਾ ਉਹਨੇ ਤੁਸੀਂ ਘੋਖ ਕੀਤੀ? ਕਿਹੜਾ ਇਲਜ਼ਾਮ ਤੁਸੀਂ ਮੇਰੇ ਤੇ ਨਹੀਂ ਲਾਇਆ? ਮੇਰਾ ਤੁਸੀਂ ਕੀ ਵੇਖਿਆ? ਕਿਸੇ ਮੀਡੀਆ ਨੂੰ ਕੋਈ ਜਵਾਬ ਨਹੀਂ ਸੀ। ਇਸ ਕਰਕੇ ਉਹ ਚਰਚਾ ਦਾ ਵਿਸ਼ਾ ਹੋਣ ਕਰਕੇ ਉਹਨੂੰ ਇਜਾਜ਼ਤ ਨਹੀਂ ਮਿਲੀ। ਉਹਨਾਂ ਇਨਕਾਰ ਕਰਤਾ ਵੀ ਤੁਹਾਨੂੰ ਭਾਜੀ ਅਸੀਂ ਇਜਾਜ਼ਤ ਨਹੀਂ ਦੇਣੀ। ਤੇ ਜੇ ਤੁਹਾਡੀ ਆਪਣੀ ਧੀ ਹੁੰਦੀ ਜਾਂ ਸ਼ਾਇਦ ਮਾਂ ਦਾ ਕੱਲੀ ਹੁੰਦੀ ਤੇ ਫਿਰ ਸ਼ਾਇਦ ਇਜਾਜ਼ਤ ਮਿਲ ਜਾਂਦੀ ਉਹਨੂੰ ਮੁਲਾਕਾਤ ਕਰਨ ਦੀ। ਬਿਲਕੁਲ ਮਿਲ ਜਾਂਦੀ। ਫਿਰ ਖੂਨ ਦਾ ਰਿਸ਼ਤਾ, ਖੂਨ ਦੇ ਰਿਸ਼ਤੇ ਨੂੰ ਤਾਂ ਮਿਲਣੀ ਹੈ ਜੀ। ਜੀ ਜੀ ਜੀ। ਹਾਂ। ਸੋ ਇਹ ਗੱਲਾਂ ਨੇ। ਹੁਣ ਦੇਖੋ ਇਹਦੇ ਉੱਤੇ ਅੱਗੇ ਕੀ ਚੱਲਦਾ। ਬਾਕੀ ਡਿਟੇਲ ਆਪਾਂ ਹੋਰ ਲਵਾਂਗੇ। ਇਲਾਕੇ ਦੀ ਕੀ ਆ ਮਾਹੌਲ, ਉਹ ਸਾਡੇ ਨਾਲ ਜੁੜਨਗੇ ਬਲਜੀਤ ਸਿੰਘ ਸਿਰਸਾ ਤੋਂ ਜੀ। ਤੇ ਹੁਣ ਆਪਾਂ ਗੱਲ ਕਰ ਲਈਏ ਪੱਟੀ ਸਾਹਿਬ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ। ਇਹ ਲਮਲੇਟ ਹੀ ਹੋਈ ਜਾਂਦੀਆਂ ਨੇ। ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਆ ਜੀ, ਉੱਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਲਾਭ ਨਹੀਂ ਹੈਗਾ ਸਿਵਾਏ ਅਕਾਲੀ ਦਲ ਤੋਂ। ਤੇ ਅਕਾਲੀ ਦਲ ਵੀ ਕਿਉਂ ਕਰਾਊਗਾ ਜਦੋਂ ਉਹਨਾਂ ਦਾ ਪੂਰਾ ਕਬਜ਼ਾ ਇਸ ਵੇਲੇ ਉੱਥੇ ਹੈਗਾ। ਉਹ ਵੀ ਕਹਿੰਦੇ ਸਾਨੂੰ ਚੋਣਾਂ ਕਰਾਉਣ ਦੀ ਕੀ ਲੋੜ ਹੈਗੀ ਜੀ। ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਕਦੀ ਵੀ ਇਹ ਚੋਣਾਂ ਸਮੇਂ ਸਿਰ ਨਹੀਂ ਹੋਈਆਂ। ਜਦੋਂ ਮਰਜ਼ੀ ਰਿਕਾਰਡ ਵੇਖ ਲਓ ਜੀ। ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਸੀ, ਪਹਿਲਾਂ ਇਹਦਾ ਸਮਾਂ 4 ਸਾਲ ਸੀ, ਮੁੜ ਕੇ 5 ਸਾਲ ਕਰ ਦਿੱਤਾ ਗਿਆ। ਹਾਂਜੀ। ਅੰਗਰੇਜ਼ ਇਹਨੂੰ ਸਮੇਂ ਸਿਰ ਕਰਾਉਂਦੇ ਰਹੇ, ਜਿਹਦਾ ਮਤਲਬ ਸੀ ਉਹ ਸਮੇਂ ਦੇ ਪਾਬੰਦ ਸੀ। ਤੇ ਸਾਡੇ ਬੰਦੇ ਤੇ ਕਹਿੰਦੇ ਵੀ ਢੱਠੇ ਖੂਹ ਚ ਪੈਣ ਚੋਣਾਂ ਜੇ ਇਹਨਾਂ ਦਾ ਬਚਦੇ ਤੇ ਜਿਹੜੀ ਪਾਰਟੀ ਕਾਬਜ ਹੁੰਦੀ ਉਹ ਵਿਧਾਨ ਸਭਾ ਚੋਣਾਂ ਨਾ ਕਰਾਵੇ। ਉਹ ਵੀ ਮਜਬੂਰੀ ਕਰਕੇ ਕਰਾਉਂਦੇ ਆ। ਇਹਦੇ ਵਿੱਚ ਹੁਣ ਜਿਹੜਾ SSRO ਜੀ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਲਾਏ ਨੇ, SSRO ਜਿਹੜੇ ਆ ਉਹ 9 ਅਕਤੂਬਰ 2020 ਨੂੰ ਉਹਨਾਂ ਦੀ ਅਪੁਆਇੰਟਮੈਂਟ ਕੀਤੀ ਗਈ ਸੀ ਕੇਂਦਰ ਵੱਲੋਂ ਜੀ, ਕਿ ਹੋਮ ਮਿਨਿਸਟਰ ਦੇ ਅੰਡਰ। ਉਹਨਾਂ ਦੀ ਅਪੁਆਇੰਟਮੈਂਟ ਤੋਂ ਬਾਅਦ ਉਸ ਤੋਂ ਬਾਅਦ ਪੰਜਾਬ ਸਰਕਾਰ ਕੇ ਉਹਨਾਂ ਨੂੰ ਇਨਫਰਾਸਟਰਕਚਰ ਦੇਣਾ ਸੀ। ਉਹ ਮੇਰੇ ਖਿਆਲ ਜੁਲਾਈ 2021 ਤੱਕ ਉਡੀਕਦੇ ਰਹੇ। ਕਾਫੀ ਖਬਰਾਂ ਛਪੀਆਂ ਤੇ ਜੁਲਾਈ 2021 ਦੇ ਵਿੱਚ ਉਹਨਾਂ ਨੂੰ 17 ਸੈਕਟਰ ਦੇ ਵਿੱਚ ਇੱਕ ਦਫ਼ਤਰ ਅਲਾਟ ਕਰ ਦਿੱਤਾ ਜਾਂਦਾ ਜੀ। ਦਫ਼ਤਰ ਦੇ ਵਿੱਚ ਜਿਹੜੇ ਸੀ ਉਹਦਾ ਰੈਨੋਵੇਸ਼ਨ ਕੀਤੀ ਜਾਂਦੀ ਹੈ, ਸਭ ਸੋਫੇ ਵੀ ਆ ਜਾਂਦੇ, ਸਾਰਾ ਫਰਨੀਚਰ ਆ ਜਾਂਦਾ। ਲੇਕਿਨ ਅੱਜ ਤੱਕ ਉੱਥੇ ਕੋਈ ਬਾਕੀ ਸਟਾਫ ਨਹੀਂ ਦਿੱਤਾ ਗਿਆ। 7 ਮੈਂਬਰੀ ਸਟਾਫ ਆ, ਜਿਹਦੇ ਵਿੱਚ ਸਕੱਤਰ ਆ, 2 ਸਟੈਨੋ ਆ, 1 ਸੇਵਾਦਾਰ, 3 ਕਲਰਕ ਜੀ। ਇਹ 7 ਮੈਂਬਰੀ ਸਟਾਫ ਤੇ ਜਿਹੜਾ 8ਵਾਂ ਦੇ ਸੀ ਚੇਅਰਮੈਨ, ਜਿੰਨਾ ਚਿਰ ਸਟਾਫ ਨਾ ਉਹ ਤੇ ਕੁਰਸੀਆਂ ਖਾਲੀ, ਕੁਰਸੀਆਂ ਤੇ ਕੰਮ ਕਰਨਾ ਹੀ ਨਹੀਂਗਾ ਜੀ ਜੀ ਜੀ। ਇਸ ਕਰਕੇ ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਲੇਟ ਨਹੀਂ ਹੋ ਰਹੀਆਂ, ਲੰਮ ਲੇਟ ਹੋ ਰਹੀਆਂ, ਲੰਮ ਲੇਟ ਹੋ ਜਾਂਦੀਆਂ। 1979 ਦੇ ਵਿੱਚ ਚੋਣਾਂ ਹੋਈਆਂ ਤੇ ਮੁੜ ਕੇ 1996 ਦੇ ਵਿੱਚ ਹੋਈਆਂ ਜੀ। ਇਹ ਵੀ ਇੱਕ ਕਹਾਣੀ ਬੜੀ ਵਿਚਿੱਤਰ ਆ ਜੀ। 1996 ਜਦੋਂ ਚੋਣਾਂ ਹੋਈਆਂ ਤੇ ਉਸ ਟਾਈਮ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਐਲਾਨ ਕਰਤਾ ਸੀ ਅਗਲੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਣਗੇ ਜੀ। ਤੇ ਜਦੋਂ ਟਿਕਟਾਂ ਦੀ ਵੰਡ ਹੋਈ ਸੀ ਤੇ 170 ਦੇ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਸਿਰਫ 50 ਦਿੱਤੀਆਂ ਸੀ ਤੇ 120 ਆਪਣੇ ਕੋਲ ਰੱਖੀਆਂ। ਜਥੇਦਾਰ ਟੌੜਾ ਨੇ ਉਸੇ ਦਿਨ ਆਪਣੇ ਬੰਦਿਆਂ ਨੂੰ ਸੁਚੇਤ ਕਰਦਾ ਸੀ, ਭਾਈ ਤਿਆਰ ਹੋ ਜਿਓ, ਆਪਾਂ ਨੂੰ ਹੁਣ ਡੰਗ ਵੱਜਣਾ ਜੀ, ਫਨੀ ਸਾਪੜਾ ਡੰਗ ਵੱਜਣਾ ਜੇ, ਤਿਆਰ ਹੋ ਜਾਓ, ਧਿਆਨ ਨਾਲ ਚੱਲਿਓ ਜੀ। 97 ਵਿੱਚ ਜਿਹੜੀ ਸਰਕਾਰ ਬਣ ਗਈ ਤੇ ਫਿਰ 99 ਦੇ ਵਿੱਚ ਉਹ ਡੰਗ ਵੱਜਾ ਤੇ ਜਥੇਦਾਰ ਟੌੜਾ ਨੂੰ ਜਿਹੜਾ ਸੀ ਉਹ ਮੱਖਣ ਚੋਂ ਵਾੜ ਕੱਢ ਕੇ ਬਾਕੀ ਦੇ ਬਾਹਰ ਕੱਢ ਕੇ ਬਾਹਰ ਰੱਖਤਾ। ਹਾਲੀ ਕਿ ਜਥੇਦਾਰ ਟੌੜਾ ਬਾਰੇ ਸਤਬੀਰ ਸਿੰਘ ਪ੍ਰਿੰਸੀਪਲ ਕਹਿੰਦੇ ਹੁੰਦੇ ਸੀ ਵੀ ਜਥੇਦਾਰ ਟੌੜਾ ਜਿਹੜੇ ਆ ਉਹ ਜਿੰਨਾ ਚਿਰ ਜਿਨਕੇ ਪ੍ਰਧਾਨਗੀ ਉਹਨੂੰ ਕੋਈ ਨਹੀਂ ਲਾ ਨਹੀਂ ਸਕਦਾ। ਬਿਲਕੁਲ, ਪਰ ਕਿੱਥੇ। ਲੇਕਿਨ ਉਹ ਸਭ ਕੁਝ ਜਿਹੜਾ ਸੀ ਉਹਨਾਂ ਦੀ ਗੱਲ ਝੂਠ ਸਾਬਤ ਹੋਈ ਕਿ ਉਹ ਬੜੇ ਤਗੜੇ ਪਾਸ਼ਕ ਸੀ ਟੌੜਾ ਸਾਹਿਬ ਦੇ। ਟੌੜਾ ਸਾਹਿਬ ਦੇ ਬੜੇ ਬੜੇ ਪਾਸ਼ਕ ਰਹੇ ਨੇ ਜੀ। ਹੁਣ ਟੌੜਾ ਸਾਹਿਬ ਲੱਥ ਕੇ ਮੁੜ ਕੇ ਜਦੋਂ ਬਾਦਲਾਂ ਨੂੰ ਅੰਦਰ ਦੇਣ ਦੀ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਤੇ ਫਿਰ ਬਾਦਲ ਸਾਹਿਬ ਨੇ ਸੋਚਿਆ ਵੀ ਹੁਣ ਕੋਈ ਬੰਦਾ ਮੈਨੂੰ ਬਚਾਉਣ ਵਾਲਾ ਚਾਹੀਦਾ। ਉਹ ਫਿਰ ਜਥੇਦਾਰ ਟੌੜਾ ਦਾ ਪਤਾ ਲੈਣ ਵਾਸਤੇ ਜਦੋਂ ਹਰਨੇਨਾ ਆਪਰੇਸ਼ਨ ਦਿੱਲੀ ਕਰਾਇਆ ਸੀ, ਪੋਲੋ ਹਸਪਤਾਲ ਗਿਆ ਤੇ ਦੋਵੇਂ ਬੁੱਢੇ ਗੜ ਰੱਖ ਕੇ ਲੋਏ ਸੀ ਬੱਚਿਆਂ ਨੂੰ, ਬੱਚਿਆਂ ਨੂੰ ਰੋਏ ਸੀ ਉੱਥੇ। ਦੱਸੋ, ਕੋਈ ਗੱਲ ਨਹੀਂ ਸੀ। ਉਸ ਵੇਲੇ ਹਸਪੀਟਲ ਦਾ ਪੈਡ ਲਿਆਂਦਾ, ਉੱਤੋਂ ਉਹਨਾਂ ਦਾ ਹੱਥ ਪਾਇਆ, ਥੱਲੇ ਲਿਖਿਆ ਸਮਝੌਤਾ ਵੀ ਸਾਡੀ ਅੱਜ ਤੋਂ ਬਾਅਦ ਰਾਜੀਨਾਮਾ। ਇੱਕ ਭਲਾ ਪਿੰਡ ਦਾ ਸਰਪੰਚ ਹੁੰਦਾ ਸੀ ਜੀ,
ਉਹਨੇ ਕਿਹਾ ਸਰਬਹਿੰਦ ਅਕਾਲੀ ਦਲ ਭੰਗ ਹੋ ਨਹੀਂ ਸਕਦਾ, ਉਹ ਅਸੀਂ ਚਲਾਵਾਂਗੇ, ਜਥੇਦਾਰ ਗੁਰਚਰਨ ਸਿੰਘ ਜਾਂਦਾ ਤੇ ਜਾਵੇ। ਲੇਕਿਨ ਚਲਾਉਣਾ ਕਿਹਨੇ ਸੀ? ਸਰਬਹਿੰਦ ਅਕਾਲੀ ਦਲ ਸਿਰਫ ਜਥੇਦਾਰ ਟੋੜਾ ਨਾਲ ਸੀ ਜੀ। ਇਸ ਕਰਕੇ 1996 ਤੋਂ ਬਾਅਦ ਮੁੜ ਕੇ 2004 ਚ ਚੋਣਾਂ ਹੁੰਦੀਆਂ ਨੇ। 2004 ਤੋਂ ਬਾਅਦ ਮੁੜ ਕੇ ਇਹ ਚੋਣਾਂ ਜਾ ਕੇ 2011 ਚ ਹੁੰਦੀਆਂ ਜੀ। ਜਦੋਂ 11 ਚੋਣਾਂ ਹੁੰਦੀਆਂ, 18 ਸਤੰਬਰ 2011 ਨੂੰ ਚੋਣਾਂ ਹੁੰਦੀਆਂ ਤੇ ਇਹਦੀ ਜਿਹੜੀ ਪਹਿਲੀ ਬੈਠਕ ਹੁੰਦੀ ਨੋਮੀਨੇਸ਼ਨ ਕੋਆਪਸ਼ਨ ਦੀ ਹੁੰਦੀ ਹੈ। ਉਹ ਡੀਸੀ ਬਕਾਇਦਾ ਨੂੰ ਪ੍ਰੈਜ਼ਾਈਡ ਕਰਦਾ ਵਾ ਜੀ। ਇਹਨਾਂ ਨੇ ਬਕਾਇਦਾ ਤੌਰ ਤੇ ਹਾਲੀ ਡੀਸੀ ਉਹ ਅਧਿਕਾਰੀ ਆ, ਕਿਉਂਕਿ ਜਦੋਂ 47 ਤੋਂ ਪਹਿਲਾਂ ਡੀਸੀ ਅੱਗੇ ਪ੍ਰੈਜ਼ਾਈਡ ਕਰਦਾ ਸੀ ਤੇ ਉਹ ਅੰਗਰੇਜ਼ ਡੀਸੀ ਹੁੰਦਾ ਸੀ ਜੀ। ਇਹਨਾਂ ਨੇ ਕਹਿ ਦਿੱਤਾ ਨਹੀਂ ਜੀ ਵੇਖੋ ਹਿੰਦੂ ਡੀਸੀ ਪ੍ਰੈਜ਼ਾਈਡ ਨਹੀਂ ਕਰ ਸਕਦਾ ਤੇ ਬਕਾਇਦਾ ਤੌਰ ਤੇ ਡੀਸੀ ਨੂੰ ਛੁੱਟੀ ਭੇਜ ਕੇ ਤਰਨਤਾਰਨ ਦੇ ਡੀਸੀ ਨੂੰ ਐਡੀਸ਼ਨ ਕਰ ਦਿੱਤਾ ਸੀਗਾ। ਉਹਦੀ ਕੋਆਪਸ਼ਨ ਹੋ ਗਈ। ਜਦੋਂ ਕੋਆਪਸ਼ਨ 15 ਬੰਦਿਆਂ ਦੀ ਹੋ ਗਈ, ਇਹਦਾ ਮਤਲਬ ਪਹਿਲਾ ਹਾਊਸ ਖਤਮ ਹੋ ਗਿਆ। ਬਿਲਕੁਲ ਹੋ ਗਿਆ ਜੀ। ਹੁਣ ਨਵੇਂ ਹਾਊਸ ਦੀ ਗੱਲ ਸੀ। ਨਵੇਂ ਹਾਊਸ ਦੀ ਅਗਲੀ ਮੀਟਿੰਗ ਹੋਣੀ ਸੀ 17 ਦਸੰਬਰ ਨੂੰ 2011 ਨੂੰ ਤੇ 14 ਕੇ 15 ਦਸੰਬਰ ਨੂੰ ਜਿਹੜਾ ਸੀ ਇੱਕ ਫੈਸਲਾ ਆ ਜਾਂਦਾ ਵਾ, ਜਿਹੜਾ ਸਹਿਜਧਾਰੀਆਂ ਨੂੰ ਲੈ ਕੇ 2004 ਦੇ ਵਿੱਚ ਡਾਕਟਰ ਪਰਮਜੀਤ ਸਿੰਘ ਰਾਣੂ ਨੇ ਕੀਤਾ ਸੀ। ਉਹਦੇ ਵਿੱਚ ਹਾਈ ਕੋਰਟ ਫੈਸਲਾ ਦੇ ਦਿੰਦੀ ਆ ਕਿ ਐਕਟ ਦੇ ਮੁਤਾਬਕ ਸਹਿਜਧਾਰੀ ਨੂੰ ਵੋਟ ਦਾ ਅਧਿਕਾਰ ਤੁਸੀਂ ਇਨਕਾਰ ਨਹੀਂ ਕਰ ਸਕਦੇ ਜੀ। ਜਿਹੜੀ ਚੋਣ ਕਰਾਈ ਆ ਉਹਦੇ ਵਿੱਚ ਸਹਿਜਧਾਰੀ ਦਾ ਕੋਈ ਰੋਲ ਨਹੀਂ, ਚੋਣ ਦੁਬਾਰਾ ਕਰਾਓ। ਪੰਗਾ ਪੈ ਗਿਆ ਜੀ। ਹੁਣ ਜੀ ਪੈ ਗਿਆ, ਬਿਲਕੁਲ 17 ਦੀ ਚੋਣ ਹੋ ਨਹੀਂ ਸੀ ਸਕਦੀ ਹੁਣ ਨਾ। ਹੁਣ ਸ਼੍ਰੋਮਣੀ ਕਮੇਟੀ ਲਵਾਰਸ ਹੋ ਗਈ। ਫਿਰ ਜਿਹੜੀ ਉਸ ਫੈਸਲੇ ਦੇ ਖਿਲਾਫ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਜਾਂਦੀ। ਅੱਛਾ। ਸੁਪਰੀਮ ਕੋਰਟ ਜਾ ਕੇ ਕਹਿੰਦੀ ਹੈ ਵੀ ਵੇਖੋ ਸਾਨੂੰ ਇੱਥੇ ਸਟੇ ਦਿੱਤਾ ਜਾਵੇ, ਇਹ ਫੈਸਲਾ ਗਲਤ ਕੀਤਾ, ਅਸੀਂ ਆਪਣੀ ਜਿਹੜੀ ਆ ਉਹ ਸਿਰਫ ਸਿੱਖਾਂ ਦੀ ਇਹ ਨੁਮਾਇੰਦਾ ਜਮਾਤ ਸਿੱਖ ਵੋਟ ਪਾ ਸਕਦੇ। ਸ਼੍ਰੋਮਣੀ ਸੁਪਰੀਮ ਕੋਰਟ ਨੇ ਸਟੇ ਕਰਤਾ ਜੀ। ਹੁਣ ਸਾਰੇ ਘਰਾਂ ਨੂੰ ਆ ਗਏ ਮੁੜੇ। ਇਹਨਾਂ ਨੇ ਜਾ ਕੇ ਇੱਕ ਪਟੀਸ਼ਨ ਹੋਰ ਪਾਈ ਉੱਥੇ। ਇਹਨਾਂ ਜਾ ਕੇ ਐਪਲੀਕੇਸ਼ਨ ਦਿੱਤੀ ਜੀ ਵੇਖੋ ਸ਼੍ਰੋਮਣੀ ਕਮੇਟੀ ਦੇ ਰੋਜ਼ਮਰਾ ਦੇ ਕੰਮ ਕਰਨ ਵਾਸਤੇ ਸਾਨੂੰ ਆਜ਼ਾਦ ਦਿੱਤੀ ਜਾਵੇ ਤੇ ਅਸੀਂ ਕੋਈ ਕਮੇਟੀ ਬਣਾਈ ਜਾਵੇ। ਸ਼੍ਰੋਮਣੀ ਕਮੇਟੀ ਨੇ ਕੀਤਾ ਜਿਹੜੀ 2011 ਤੋਂ ਪਹਿਲਾਂ 2004 ਵਾਲੀ 10 ਵਾਲੀ ਐਗਜੈਕਟਿਵ ਸੀਗੀ ਜੀ। ਉਸ ਐਗਜੈਕਟਿਵ ਦੇ ਜਿਹੜੇ 15 ਮੈਂਬਰ ਸੀ ਉਹਦੇ ਜਿਹੜਾ ਪ੍ਰਧਾਨ ਬਣਿਆ ਸੀ ਉਹਨੂੰ ਕਹਿੰਦਾ ਚੇਅਰਮੈਨ ਹੋਊਗਾ ਤੇ ਬਾਕੀ ਉਹਦੀ ਸਲਾਹਕਾਰ ਕਮੇਟੀ ਹੋਊਗੀ ਜੀ। ਲੇਕਿਨ ਉਹਨੂੰ ਉਸੇ ਤਰ੍ਹਾਂ ਵਰਤਦੇ ਰਹੇ। ਇਹ ਪ੍ਰਧਾਨ ਆ ਜੀ, ਸੀਨੀਅਰ ਮੀਤ ਪ੍ਰਧਾਨ ਆ, ਪਰ ਲੇਕਿਨ ਉਹ ਗਲਤ ਸੀਗਾ। ਖੈਰ ਚਲੋ ਉਹ ਚੱਲਦਾ ਰਿਹਾ ਕੰਮ। 2016 ਦੇ ਵਿੱਚ ਆ ਕੇ ਜਦੋਂ ਮੋਦੀ ਸਾਹਿਬ ਦੀ ਸਰਕਾਰ ਸੀ, ਇਹ ਫਿਰ 2003 ਵਾਲਾ ਆਰਡੀਨੈਂਸ ਕੱਢਦੇ ਨੇ ਪਰ ਉਸ ਆਰਡੀਨੈਂਸ ਦੇ ਉੱਤੇ ਬਿਹਾਫ ਦੇ ਉੱਤੇ ਜਿਹੜੀ ਸਹਿਜਧਾਰੀਆਂ ਤੋਂ ਵੋਟ ਦਾ ਅਧਿਕਾਰ ਖੋਹਣ ਦਾ ਆਰਡੀਨੈਂਸ ਨੂੰ ਪ੍ਰਵਾਨਗੀ ਦਿੰਦੇ, ਉਹਨੂੰ ਫਿਰ ਅਮੈਂਡਮੈਂਟ ਕਰ ਦਿਓ ਐਕਟ ਦੇ ਵਿੱਚ। ਬਕਾਇਦਾ ਤੌਰ ਤੇ ਇਹ ਕੈਬਨਿਟ ਚ ਲੈ ਕੇ ਅਮੈਂਡਮੈਂਟ ਕਰਦੇ, ਮੁੜ ਕੇ ਪਾਰਲੀਮੈਂਟ ਤੋਂ ਪਾਸ ਹੋਈ ਜਾਣਾ ਹੁੰਦਾ ਕੋਈ ਗੱਲ। ਉਹ ਲੈਟਰ ਲੈ ਕੇ ਫਿਰ SGPC ਚ ਜਾਂਦੀ ਹੈ ਸੁਪਰੀਮ ਕੋਰਟ ਚ ਤੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਹੁਣ ਇਸ ਕੇਸ ਦਾ ਕੋਈ ਫਾਇਦਾ ਨਹੀਂ। ਜਦੋਂ ਉਹਨਾਂ ਨੇ ਅਮੈਂਡਮੈਂਟ ਹੀ ਕਰਦੀ ਹੁਣ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਜੀ। ਉਹਦੇ ਤੇ ਅਜੇ ਵੀ ਦਾਅਵਾ ਕਰਦੇ ਸੀ ਸਾਡੇ ਸਹਿਜਧਾਰੀ ਜਿਹੜੇ ਰਾਣੂ ਹੋਰੀ ਵੀ ਵੇਖੋ ਸਾਡਾ ਕੇਸ ਚੱਲਦਾ ਲੇਕਿਨ ਉਦੋਂ ਬਾਅਦ ਫਿਰ 16 ਤੋਂ ਬਾਅਦ ਇਹਨਾਂ ਨੇ ਫਿਰ ਪਹਿਲੀ ਜਿਹੜੀ ਆ ਮੀਟਿੰਗ ਨਵੇਂ ਹਾਊਸ ਦੀ 16 ਚ ਹੁੰਦੀ। ਅੱਛਾ ਜੀ। ਤੇ ਜਦੋਂ ਮੱਕੜ ਸਾਹਿਬ ਨੂੰ ਲਾਹ ਕੇ ਤੇ ਬਡੂੰਗਰ ਸਾਹਿਬ ਨੂੰ ਬਣਾਇਆ ਜਾਂਦਾ। ਫਿਰ ਉਸ ਤੋਂ ਉਹਦੇ ਬਾਅਦ 2 ਵਾਰੀ ਬਣ ਗਏ ਆਪਣੇ ਮਾਨਯੋਗ ਗੋਬਿੰਦ ਸਿੰਘ ਲੌਂਗੋਵਾਲ ਹੋਰੀ, ਉਸ ਤੋਂ ਬਾਅਦ ਬੀਬੀ ਜਗੀਰ ਕੌਰ ਬਣ ਗਈ ਤੇ ਹੁਣ ਫਿਰ ਇਲੈਕਸ਼ਨ ਹੋਣੀ। ਇਲੈਕਸ਼ਨ ਡਿਊ ਇਲੈਕਸ਼ਨ 2016 ਚ ਹੋਣੀ ਚਾਹੀਦੀ ਸੀ, ਨਹੀਂ ਹੋਗੀ। ਅੱਜ ਵੀ 10 ਸਾਲ ਉੱਪਰ ਹੋ ਗਿਆ, ਇਲੈਕਸ਼ਨ ਹੋਣੀ ਚਾਹੀਦੀ ਆ। ਸਰਕਾਰਾਂ ਬਿਲਕੁਲ ਬੇਕਰਿਕ ਨੇ, ਨਹੀਂ ਫੰਡ ਦੇ ਰਹੀਆਂ, ਨਹੀਂ ਸਟਾਫ ਦੇ ਰਹੀਆਂ। ਇਹਦੇ ਵਾਸਤੇ ਪੋਸੀਬਿਲਿਟੀ ਆ ਫਿਰ ਹਾਈ ਕੋਰਟ ਜਾਣਾ ਪਊਗਾ। ਇਹ ਵੀ ਜਿਹੜੀ ਅਪੁਆਇੰਟਮੈਂਟ ਹੋਈ ਹੈ ਵੀ ਹਾਈ ਕੋਰਟ ਨੇ ਕਰਵਾਈ ਕਹਿ ਕੇ ਵੀ ਕਿਉਂ ਨਹੀਂ ਤੁਸੀਂ ਚੋਣਾਂ ਕਰਾਉਂਦੇ ਜੀ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੇਟ ਨਹੀਂ, ਉਹ ਲੰਮ ਲੇਟ ਹੋ ਰਹੀਆਂ ਨੇ ਜੀ। ਜੀ ਲੰਮ ਲੇਟ ਆਪੇ ਤਾਂ ਸਿੱਖ ਕੌਮ ਨੂੰ ਲੰਮ ਲੇਟ ਕਰੀ ਜਾਂਦੀਆਂ ਜੀ। ਜੀ 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 ਕਾਲ ਕਰ ਸਕਦੇ ਹੋ ਜੀ, ਭੱਟੀ ਸਾਹਿਬ ਦੇ ਨਾਲ ਵਿਚਾਰ ਕਰ ਸਕਦੇ ਹੋ। 9214410666 ਤੇ 9819100666 ਇਹਨਾਂ 2 ਨੰਬਰਾਂ ਤੇ ਮੈਂ ਤੁਹਾਡੀਆਂ ਕਾਲਸ ਜਿਹੜੀਆਂ ਲੈ ਸਕਦਾ। ਸੋ ਇਸ ਦੇ ਨਾਲ ਹੀ ਮੇਰੀ ਗੁਜ਼ਾਰਿਸ਼ ਹੈ ਜੀ, ਤੁਸੀਂ ਰੇਡੀਓ ਪੰਜਾਬ ਟੁਡੇ ਨੂੰ ਤੁਹਾਡੀ ਸਪੋਰਟ ਦੀ ਬਹੁਤ ਸਖਤ ਜ਼ਰੂਰਤ ਹੈ।
ਇਹਦੇ ਲਈ ਤੁਸੀਂ ਜੇਕਰ ਮਹੀਨਾਵਾਰ ਚੰਦਾ ਭੇਜਣਾ ਚਾਹੁੰਦੇ ਹੋ ਤਾਂ ਪੇਪਾਲ ਦੇ ਜ਼ਰੀਏ ਮੇਰੇ ਤੋਂ ਲਿੰਕ ਮੰਗਵਾ ਸਕਦੇ ਹੋ, ਨਹੀਂ ਤਾਂ info@radiopunjab.today.com ਆਪਣਾ ਈਮੇਲ ਹੈ। ਪੇਪਾਲ ਦੇ ਉੱਤੇ ਜਾ ਕੇ ਬੜਾ ਸੇਫਲੀ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਜ਼ਰੀਏ ਮਹੀਨਾਵਾਰ ਚੰਦਾ ਤੁਸੀਂ ਭੇਜ ਸਕਦੇ ਹੋ। ਐਡਵਰਟੀਜ਼ਮੈਂਟ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੇਰੇ ਨਾਲ 9780141741 9780141741 ਦੇ ਉੱਤੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਸਾਨੂੰ ਇਸ ਵਕਤ ਸੁਣ ਰਹੇ ਹੋ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਪੱਟੀ ਸਾਹਿਬ, ਸੁਖਬੀਰ ਸਿੰਘ ਬਾਦਲ ਹੋਰੀ ਕਿਸਾਨਾਂ ਦੀ ਗੱਲ ਮੰਨ ਨਹੀਂ ਰਹੇ ਜੀ। ਆਪਦੇ ਉਮੀਦਵਾਰ ਵੀ ਐਲਾਨੀ ਜਾਂਦੇ ਨੇ, ਆਪਦੀਆਂ ਸਿਆਸੀ ਗਤੀਵਿਧੀਆਂ ਵੀ ਕਹਿੰਦੇ ਹੁੰਦੇ ਨਾ, ਉਹ ਸ਼ਰਾਬ ਦੀ ਮਸ਼ਹੂਰੀ ਤੁਹਾਨੂੰ ਪਤਾ ਆਪਣੇ ਇੰਡੀਆ 'ਚ ਬੈਨ ਹੈ, ਪਰ ਉਹ ਕੀ ਕਰਦੇ ਆ, ਉਹ ਸ਼ਰਾਬ ਦੀ ਮਸ਼ਹੂਰੀ ਕਰਨ ਵਾਸਤੇ ਉਹ ਫਿਰ ਕਹਿ ਦਿੰਦੇ ਆ ਜੀ ਕਲੱਬ ਸੋਡਾ, ਇਹਦੇ ਸੋਡਾ ਬਣਾ ਕੇ ਜੀ ਮਿਨਰਲ ਵਾਟਰ ਗਲਾਸ ਦੀ ਮਸ਼ਹੂਰੀ, ਉਹ ਅਸਲ ਦੇ ਵਿੱਚ ਹੁੰਦੀ ਉਹ ਸ਼ਰਾਬ ਦੀ ਮਸ਼ਹੂਰੀ ਹੈ। ਮੈਨੂੰ ਲੱਗਦਾ ਹਾਲਾਤ ਸਿਆਸੀ ਪਾਰਟੀਆਂ ਦੇ ਇਹੀ ਹੋਇਆ, ਭਾਵੇਂ ਕਿਸੇ ਦੇ ਮਰਨੇ, ਇਹ ਤਾਂ ਹੁਣ ਮੈਨੂੰ ਲੱਗਦਾ ਹੀ ਸੁੱਖਣ ਲੱਗ ਪਏ ਯਾਰ, ਵੱਧ ਮਰਨ ਲੱਗ ਪੈਣੇ, ਅਸੀਂ ਲੋਕਾਂ 'ਚ ਵੱਧ ਜਾਣ ਲੱਗ ਪਈਏ ਅਤੇ ਸਾਡਾ ਬਹਾਨੇ ਨਾਲ ਆਹੀ ਕੰਮ ਚੱਲ ਪਏ ਕਿਤੇ। ਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ। ਤੇ ਕੀ ਬਣਿਆ ਫਿਰ ਇਹ ਬਾਦਲ ਹੋਰਾਂ ਦਾ? ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਆ ਜੀ, ਉਹਨਾਂ ਪਹਿਲਾਂ ਕਿਹਾ ਸੀ 100 ਹਲਕਿਆਂ ਦੇ ਵਿੱਚ ਅਸੀਂ ਜਾ ਕੇ ਆਪਣੇ ਜਿਹੜੀ ਇਕੱਠ ਕਰਾਂਗੇ। ਉਹ ਤੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀਆਂ ਨੇ ਰੋਕ ਦਿੱਤੇ ਉਹਨਾਂ ਜੀ। ਹੁਣ ਇਹ ਅੰਡਰ ਦੀ ਟੇਬਲ ਜਿਵੇਂ ਹੁੰਦਾ ਨਾ ਉਹ ਗੱਲ, ਇਹ ਦੱਸਦੇ ਨਹੀਂ, ਇਹ ਜਾਂਦੇ ਆ ਆਪਣੀ ਉਹ ਮੀਟਿੰਗ ਵੀ ਕਰ ਲੈਂਦੇ, ਵੱਡੀ ਸਾਰੀ ਰੈਲੀ ਵੀ ਕਰ ਲੈਂਦੇ ਆ, ਤੇ ਨਾਲ ਜੇ ਕਿਸੇ ਨੇ ਕੋਈ ਸੁਰਪਾ ਪਾਉਣਾ ਤੇ ਪਾ ਦਿੰਦੇ। ਕੋਈ ਬਲਬੀਰ ਸਿੰਘ ਮਿਆਣੀ ਸੀ, ਉਹਦੀਆਂ ਟਾਂਡਾਂ ਤੋਂ ਸ਼ਾਮਲ ਹੋਣਾ, ਜੋ ਉੱਥੇ ਗਿਆ ਤੇ ਫਿਰ ਕਿਸਾਨਾਂ ਨੇ ਘੇਰ ਲਏ ਉੱਥੇ, ਦੁਆਬਾ ਕਿਸਾਨ ਕਮੇਟੀ ਵਾਲੇ ਘੇਰ ਲਏ ਉੱਥੇ। ਸੁਖਬੀਰ ਜੀ ਅਸੀਂ ਤੁਹਾਨੂੰ ਕੀ ਕਿਹਾ ਸੀ, ਜੇ ਕੰਮ ਕਿਉਂ ਕਰ ਰਹੇ ਹੋ? ਫਿਰ ਜਵਾਬ ਕੋਈ ਨਹੀਂ ਇਹਨਾਂ ਕੋਲ, ਇਹਨਾਂ ਕੋਲ ਜਵਾਬ ਕੋਈ ਹੁੰਦਾ। ਅੱਛਾ, ਵੇਖ ਲੋ ਤੇ ਕਰੀ ਹੋਣੀ। ਉਹ ਫਿਰ ਨਾਰੇ ਨੂਰੇ ਮਾਰਦੇ, ਜਿੰਦਾਬਾਦ ਮੁਰਦਾਬਾਦ 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 ਕਰਦੇ, ਉਹ ਤੇਰੇ ਪਿੱਛੇ ਹਟ ਜਾਂਦੇ ਤੇ ਗਾਹ ਤੁਰ ਪੈਂਦੇ ਜੀ। ਮਤਲਬ ਇੰਨੀ ਜ਼ਲਾਲਤ ਹੈ ਕੁਰਸੀ ਵਾਸਤੇ ਕਿ ਸਾਨੂੰ ਕੁਰਸੀ ਮਿਲਣੀ ਚਾਹੀਦੀ ਹੈ, ਬਾਕੀ ਸਾਨੂੰ ਇਸ ਚੀਜ਼ ਦੀ ਕੋਈ ਗੱਲ ਨਹੀਂ ਹੈਗੀ ਜੋ ਮਰਜ਼ੀ ਕਰ ਲਓ। ਇਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਟਾਂਡਾ 'ਚ ਕਾਫੀ ਵਿਰੋਧ ਹੋਇਆ ਤੇ ਉਹਨਾਂ ਨੇ ਕਿਹਾ ਉੱਥੇ ਜਥੇਬੰਦੀਆਂ ਦੇ ਲੀਡਰਾਂ ਨੇ, ਅਸੀਂ ਤੁਹਾਨੂੰ ਵਾਰਨਿੰਗ ਦੇ ਚੁੱਕੇ ਹਾਂ, ਜੇ ਤੁਸੀਂ ਬੰਦੇ ਦੇ ਪੁੱਤ ਦਾ ਬਣੇ ਤਾਂ ਸਾਨੂੰ ਤੁਹਾਡੇ ਬੂਹੇ ਕੇ ਜਾ ਕੇ ਬਹਿਣਾ ਪਊਗਾ ਜੀ। ਜੇ ਬੈਠੇ ਤਾਂ ਉਹਦੇ ਸਿੱਟੇ ਚੰਗੇ ਜਿਹੇ ਨਿਕਲਣੇ, ਲੇਕਿਨ ਕੋਈ ਜਵਾਬ ਨਹੀਂ, ਚੁੱਪ ਕਰਕੇ ਤੁਰੇ ਜਾਂਦੇ ਕਦਮ ਲੇਟ ਕੇ ਉੱਥੋਂ ਜੀ। ਲੇਕਿਨ ਚਾਹੀਦਾ ਇਹਨਾਂ ਨੂੰ ਆ ਵੀ ਵੇਖੋ, ਸੰਯੁਕਤ ਕਿਸਾਨ ਮੋਰਚੇ ਵਾਲੇ ਕੋਈ ਘਰ ਦਾ ਕੰਮ ਨਹੀਂ ਕਰਨ ਡੇ, ਉਹ ਲੋਕਾਂ ਦਾ ਕੰਮ ਕਰੀ ਜਾਣਾ, ਲੋਕਾਂ ਦਾ ਕੰਮ ਕਰਨ ਡਿਆ। ਏਡਾ ਵੱਡਾ ਜਿਹੜਾ ਉਹਨਾਂ ਦਾ ਮੋਰਚਾ ਲੱਗਾ ਵਾ, ਏਡਾ 4 ਕਿਸਾਨ ਸ਼ਹੀਦ ਹੋ ਗਏ, ਉਹਦਾ 700 ਉੱਪਰ ਕਿਸਾਨ ਸ਼ਹੀਦ ਹੋ ਗਏ, ਕਿੰਨਾ ਕੁਛ ਹੋ ਗਿਆ। ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜੇ ਉਹ ਕਹਿੰਦੇ ਚਲੋ ਠੀਕ ਹੈ ਜੀ, ਤੁਸੀਂ ਜੇ ਕੋਈ ਮੀਟਿੰਗ ਕਰੀ ਤਾਂ ਅੰਦਰ ਬੈਠ ਕੇ ਕਰ ਲਓ, ਬਿਲਕੁਲ ਤੁਹਾਨੂੰ ਕਿਹਾ ਵੀ ਉਹਨਾਂ ਨੇ ਅੰਦਰ ਬੈਠ ਕੇ ਕਰ ਲਓ। ਤੁਸੀਂ ਜੇ ਰੈਲੀਆਂ ਕਰੋਗੇ ਤੇ ਉਹ ਤੇ ਫਿਰ ਕਹਿੰਦੇ ਵੀ ਸਾਡੀ ਜਿਹੜੀ ਮੋਰਚੇ ਦੀ ਸਟਰੈਂਥ ਉਹ ਤੇ ਅਸਰ ਪੈਂਦਾ ਤੁਹਾਡਾ। ਤੁਸੀਂ ਖਲੋ ਜਾਓ, ਜਦੋਂ ਕਿਤੇ ਇਲੈਕਸ਼ਨ ਡਿਕਲੇਅਰ ਹੋ ਜਾਏਗੀ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਅਸੀਂ ਰੋਕਦੇ ਨਹੀਂ। ਲੇਕਿਨ ਸੁਖਬੀਰ ਸਿੰਘ ਬਾਦਲ ਲਈ ਵਜ੍ਹਾ ਨੇ ਕਿ ਤੁਸੀਂ ਆਪਣਾ ਕੰਮ ਕਰੀ ਜਾਓ, ਅਸੀਂ ਆਪਣਾ ਕੰਮ ਕਰੀ ਜਾਓ, ਕਰ ਰਹੇ ਨੇ ਪ੍ਰੋਪਰਲੀ, ਰੋਜ਼ ਹੀ ਕਰ ਰਹੇ, ਕਿਤੇ ਕਿਤੇ ਹਰਾਂ ਤੇ ਜਾ ਰਹੇ ਨੇ ਜੀ। ਏਦਾਂ ਹੀ ਉਹਨਾਂ 100 ਹਲਕੇ ਨਿਬੇੜ ਦੇਣੇ, ਨਿਪਟਾ ਦੇਣੇ। ਨਾਲ ਕਹਿਤਾ ਜੀ ਕਾਂਸ਼ੀ ਰਾਮ ਦੇ ਜਿਹੜੀ ਸੀ ਉਹਦੇ ਕਾਂਸ਼ੀ ਰਾਮ ਆ, ਉਹਨਾਂ ਦੇ ਅਸੀਂ ਇੱਕ ਵਿਕਾਸ ਕਮੇਟੀ ਬਣਾਵਾਂਗੇ। ਅੱਛਾ ਜੀ। ਉਹਨਾਂ ਦੇ ਨਾਂ ਤੇ ਅਸੀਂ ਕੁਛ ਕਿਹਾ, ਉਹਨਾਂ ਦੇ ਵਿਸ਼ੇਸ਼ ਤੌਰ ਤੇ ਸ਼ੁਰੂ ਕਰਾਂਗੇ ਪ੍ਰੋਗਰਾਮ। ਕਾਂਸ਼ੀ ਰਾਮ ਤੇ ਤੁਸੀਂ ਪ੍ਰੋਗਰਾਮ ਸ਼ੁਰੂ ਗੱਲ ਕਰਦੇ ਹੋ। 1996 ਦੇ ਵਿੱਚ ਕੀ ਹੋਇਆ ਸੀ? 1996 ਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਜੀ, ਉਦੋਂ ਬਸਪਾ ਦੇ ਤੇ ਇਹਨਾਂ ਰਲ ਕੇ ਲੜੀਆਂ ਸੀ। ਹਾਂਜੀ। ਜਦੋਂ ਇਹ ਰਲ ਕੇ ਲੜੀਆਂ ਸੀਗੀਆਂ ਤੇ 3 ਸੀਟਾਂ ਬਸਪਾ ਜਿੱਤੇ ਸੀ ਤੇ 8 ਸੀਟਾਂ ਜਿੱਤੇ ਸੀ, 2 ਸੀਟਾਂ ਜਿੱਤੇ ਸੀ ਸਿਰਫ ਆਪਣੇ ਕਾਂਗਰਸ ਵਾਲੇ। ਇੱਕ ਜਿੱਤੀ ਸੀ ਬੀਬੀ ਸੁਖਪਾਲ ਸਿੰਘ ਭਿੰਡਰ ਤੇ ਇੱਕ ਜਿੱਤਿਆ ਸੀ ਆਰਐਨ ਪਾਰਟੀ ਅੰਮ੍ਰਿਤਸਰ ਤੋਂ। ਤੁਹਾਨੂੰ ਪਤਾ ਹੋਇਆ ਕੀ ਹੋਇਆ ਸੀ ਉਦੋਂ ਇਹਨਾਂ ਨੇ ਇੱਕ ਬਕਾਇਦਾ ਤੌਰ ਤੇ ਭਾਜੀ ਬਰਜਿੰਦਰ ਸਿੰਘ ਉਹਨਾਂ ਨੇ ਕਾਰਟੂਨ ਛਾਪਿਆ ਸੀ ਫਰੰਟ ਪੇਜ ਤੇ ਜੀ। ਹਾਥੀ ਦੇ ਉੱਤੇ ਜਿਹੜੇ ਇਹ ਚੜੇ ਜਾਂਦੇ ਦਿੱਲੀ ਨੂੰ, 8 ਅਕਾਲੀ ਤੇ 3 ਜਿਹੜੇ ਸੀ ਬਸਪਾ ਵਾਲੇ ਜੀ, ਇਹਨਾਂ ਦਾ ਹਾਥੀ ਤੁਰਿਆ ਜਾ ਸੜਕ ਦੇ ਉੱਤੇ ਤੇ ਉਹ ਸਾਈਕਲ ਤੇ ਦੋਵੇਂ ਜਾਣੇ ਉਹ ਸਾਈਕਲ ਲੈ ਕੇ ਜਾ ਰਹੇ ਨੇ, ਕਾਰਟੂਨ ਛਾਪਿਆ ਸੀ।
ਹੁਣ 1996 ਚ ਕੀ ਹੋਇਆ ਜੀ 1996 ਦੇ ਵਿੱਚ ਇੱਕ ਫੈਸਲਾ ਹੋ ਗਿਆ ਸੀ ਕਿ ਸਰਦਾਰ ਸੁਰਜੀਤ ਸਿੰਘ ਬਰਨਾਲੇ ਨੂੰ ਬਕਾਇਦਾ ਤੌਰ ਤੇ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਜੀ। ਉਹ ਕੁਰਸੀ ਦੇ ਬਿਲਕੁਲ ਨੇੜੇ ਪੁੱਜ ਗਏ ਸੀ, ਬਿਲਕੁਲ ਐ ਨੇੜੇ ਲੱਗ ਗਏ ਸੀ। ਵਿੱਚ ਇਕਬਾਲ ਸਿੰਘ ਜਾਖੜ ਦਾ ਵੀ ਵਿੱਚ ਨਾਂ ਆ ਗਿਆ ਸੀਗਾ ਉਦੋਂ। ਹਾਂਜੀ, ਇਕਬਾਲ ਸਿੰਘ ਜਾਖੜ ਹੁੰਦੇ ਸੀ ਉਦੋਂ ਬਹੁਤ ਤਕੜੇ ਸਿਆਸਤਦਾਨ ਸਾਡੇ ਆਪਣੇ ਕਿੱਲਿਆਂ ਵਾਲੀ ਦੇ, ਉਹਨਾਂ ਦਾ ਵੀ ਨਾਂ ਚੜ ਗਿਆ ਸੀ ਜੀ। ਅੱਛਾ, ਚਲੋ ਇਹਨਾਂ ਦੀ ਬਰਨਾਲਾ ਸਾਹਿਬ ਦਾ ਫਾਈਨਲ ਕਿ ਬਰਨਾਲਾ ਸਾਹਿਬ ਜਿਹੜੇ ਸ਼ੁਰੂ ਤੋਂ ਕਾਂਗਰਸ ਪੁੱਟਰ ਹੈ, ਇਹ ਚ ਕੋਈ ਦੋ ਰਾਵਾਂ ਨਹੀਂ ਹੈ ਜੀ। ਲੋਂਗੋਵਾਲੀ ਕਾਂਗਰਸ ਪੁੱਟਰ ਹੈ, ਕੋਈ ਦੋ ਰਾਂ ਨਹੀਂ, ਸਾਰੇ ਕਾਂਗਰਸ ਪੁੱਟਰ ਹੀ ਰਹੇ ਆ ਜੀ, ਭਾਵੇਂ ਅੰਦਰ ਖਾਤੇ ਰਹੇ। ਇਹਨਾਂ ਨੇ ਫਿਰ ਕੀ ਕੀਤਾ ਵੀ ਬਰਨਾਲੇ ਨੂੰ ਰੋਕਣ ਵਾਸਤੇ ਜਦੋਂ ਕੋਈ ਵੀ ਪਾਰਟੀ ਹਿੰਦੁਸਤਾਨ ਦੀ ਕਹਿੰਦੀ ਸੀ ਇਹ ਫਿਰਕਾ ਪ੍ਰਸਤ ਵਾਲੇ ਦੇ ਬੀਜੇਪੀ ਕੋਈ ਸਾਥ ਨਾ ਦੇਵੇ ਇਹਨਾਂ ਦਾ, ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਅਸੀਂ ਬਿਨਾਂ ਸ਼ਰਤ ਹਮਾਇਤ ਕਰਦੇ ਹਾਂ, ਤੇ ਜਿਹੜੀ ਬਰਨਾਲਾ ਸਾਹਿਬ ਦੀ ਕੁਰਸੀ ਸੀਗੀ ਜੀ, ਉਹ ਕੁਰਸੀ ਨੂੰ ਹੱਥ ਪੈਂਦਾ ਪੈਂਦਾ ਜਿਹੜਾ ਸੀ ਸਭ ਕੁਝ ਰਹਿ ਗਿਆ। ਜੇ ਉਦੋਂ ਨਾ ਕਰਦੇ ਤੇ ਡਾਕਟਰ ਮਨਮੋਹਨ ਸਿੰਘ ਤੇ ਬਾਅਦ ਚ ਬਣੇ ਤੇ ਉਦੋਂ ਬਰਨਾਲਾ ਸਾਹਿਬ ਪ੍ਰਾਈਮ ਮਿਨਿਸਟਰ ਬਣ ਸਕਦੇ ਵੀ ਅਕਾਲੀ ਦਲ ਦਾ ਪ੍ਰਾਈਮ ਮਿਨਿਸਟਰ ਹੈ। ਬਿਲਕੁਲ ਇਹਨਾਂ ਨੇ ਸਿਰਫ ਉਹਨਾਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਖੋਣ ਵਾਸਤੇ ਇਹਨਾਂ ਨੇ ਜਿਹੜਾ ਸਮਝੌਤਾ ਬਿਨਾਂ ਸ਼ਰਤ ਕੀਤਾ ਸੀਗਾ। ਬਿਲਕੁਲ ਕਹਿੰਦੇ ਸਾਨੂੰ ਕੋਈ ਆ ਹੋਰ ਤਾਂ ਸਾਨੂੰ ਕੀ ਵੱਢਣਾ, ਸਾਡੇ ਆਪਦੇ ਹੀ ਵੱਢ ਸਿੱਟਦੇ ਆ, ਆਪਣੇ ਵੱਢ ਕੇ ਖਾ ਜਾਂਦੇ। ਨਹੀਂ ਤਾਂ ਦੱਸੋ ਹੈ ਕਿਤੇ ਜ਼ਿੰਦਗੀ ਸੋਚਿਆ ਸੀਗਾ ਵੀ ਕੱਲ ਦੀ ਵੀ 7 ਮਾਰਚ 1970 ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਬਣਦੇ ਸੀ ਮੁੱਖ ਮੰਤਰੀ। 14 ਜੂਨ 1970 ਤੱਕ 71 ਤੱਕ ਰਹਿੰਦੇ ਨੇ ਤੇ ਇਹਨਾਂ ਨੇ ਕਰਪਸ਼ਨ ਬਹੁਤ ਕੀਤੀ ਜੀ। ਕਰਪਸ਼ਨ ਦੀ ਸਾਰੀ ਡਿਟੇਲ ਇਹਨਾਂ ਦਾ ਇੱਕ ਮੰਤਰੀ ਨਾਲ ਸੀ ਤਰਲੋਚਨ ਸਿੰਘ ਰਿਆਸਤੀ। ਹਾਂਜੀ, ਹਾਂ। ਤਰਲੋਚਨ ਸਿੰਘ ਰਿਆਸਤੀ ਨੇ ਬਕਾਇਦਾ ਤੌਰ ਤੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਵੀ ਇਸ ਬੰਦੇ ਦੀ ਜਾਂਚ ਕੀਤੀ ਜਾਵੇ, ਲੁੱਟ ਕੇ ਖਾ ਗਿਆ ਪੰਜਾਬ ਨੂੰ। ਦੱਸੋ ਉਹਦੇ ਤੇ ਫਿਰ ਛੰਗਾਨੀ ਕਮਿਸ਼ਨ ਬਣਿਆ, ਉਹਦਾ ਉਹ ਕਤਲ ਵੀ ਹੋ ਗਿਆ ਸੀ ਫਿਰ ਰਿਆਸਤੀ ਸਾਹਿਬ ਦਾ। ਹਾਂਜੀ। ਉਹ ਛੰਗਾਨੀ ਕਮਿਸ਼ਨ ਬਣਿਆ। ਛੰਗਾਨੀ ਕਮਿਸ਼ਨ ਨੇ ਬਕਾਇਦਾ ਤੌਰ ਤੇ 100 ਮੱਦਾਂ ਰੱਖੀਆਂ, ਜਿਸ ਤੋਂ 15 ਸਾਬਤ ਹੋ ਗਿਆ ਵੀ ਬਾਦਲ ਸਾਹਿਬ ਨੇ ਵਾਕਿਆ ਕਰਪਸ਼ਨ ਕੀਤੀ ਹੈ। ਪਾਰਲੀਮੈਂਟ ਦੇ ਵਿੱਚ ਬਕਾਇਦਾ ਤੌਰ ਤੇ ਹੋਮ ਮਿਨਿਸਟਰ ਨੇ ਉਹ ਰਿਪੋਰਟ ਪੇਸ਼ ਕੀਤੀ ਜੀ। ਰਿਪੋਰਟ ਪੇਸ਼ ਕਰਨ ਤੋਂ ਬਾਅਦ ਮੁੜ ਕੇ ਉਹ ਅਸੈਂਬਲੀ 'ਚ ਭੇਜੇਗੀ ਵੀ ਕਾਰਵਾਈ ਕੀਤੀ ਜਾਵੇ ਦੇ ਖਿਲਾਫ। ਅਜੇ ਕਾਰਵਾਈ ਗਿਆਨੀ ਸਰਕਾਰ ਨੇ ਕਰਨੀ ਸੀ, ਫਿਰ ਮੋਰਚਾ ਲੱਗ ਗਿਆ ਐਮਰਜੈਂਸੀ ਦਾ, ਤੇ ਉਹ ਵਿਚਾਰੀ ਰਿਪੋਰਟ ਅਜੇ ਵੀ ਬਦਤੀਸਾਂ ਦੀ ਪਤਾ ਕਿੱਥੇ ਪਈ ਹੋ। ਦੱਸੋ ਇਹੋ ਜਿਹੇ ਕੰਮ ਇਹਨਾਂ ਦੇ ਆਪਣੀ ਸਰਕਾਰਾਂ ਤੁਲੇ ਜਾਂਦੇ ਆਪਣੇ ਗੱਲ ਤਾਈਆਂ ਤਾਂ ਫਿਰ ਸਿਰੇ ਨਹੀਂ ਚੜੇ। ਮੈਂ ਉਹੀ ਗੱਲ ਕਰ ਰਿਹਾ ਸੀ, ਮੈਂ ਬੈਠਾ ਕੱਲ, ਮੈਂ ਕਿਹਾ ਬਦਕਿਸਮਤੀ ਹੈ ਸਾਡੀ ਪੰਜਾਬ ਦੀ, ਸਾਡੇ ਸਿੱਖਾਂ ਦੀ, ਕਿ ਅਸੀਂ ਇੰਨਾ ਕੁਛ ਹੁੰਦੇ ਹੋਏ ਵੀ ਕੁਛ ਨਹੀਂ ਲੈ ਸਕੇ। ਉਹ ਕਹਿੰਦੇ ਕਾਰਨ ਕੀ, ਸਾਡੇ ਤਾਂ ਨੇਤਾ ਹੀ ਕਹਿੰਦੇ ਵਿਕਾਊ ਸੀ ਜੀ। ਕਹਿੰਦੇ ਇਹ ਨਾ ਵਿਕਦੇ ਤਾਂ ਕਿਤੇ ਦੀ ਕਿਤੇ ਪਹੁੰਚ ਜਾਂਦੇ, ਜਿਹੜਾ ਅੱਗੇ ਆਇਆ ਉਹੀ ਵਿਕ ਗਿਆ, ਜਿਹੜਾ ਅੱਗੇ ਆਇਆ ਉਹੀ ਵਿਕ ਗਿਆ ਜੀ। ਬਿਲਕੁਲ। ਤੇ ਹੁਣ ਸ਼ਿਲੌਂਗ ਬਾਰੇ ਫਿਰ ਜਿਹੜੀ ਹੈ ਚਰਚਾ ਛਿੜ ਗਈ ਹੈ, ਕੀ ਮਸਲਾ ਸ਼ਿਲੌਂਗ ਦਾ ਜੀ? ਦੇਖੋ ਸ਼ਿਲੌਂਗ ਦੇ ਵਿੱਚ ਤੁਹਾਨੂੰ ਵੀ ਪਤਾ ਜੇ ਸਾਨੂੰ ਵੀ ਪਤਾ ਜੀ, ਇਹ ਲੋਕ ਵਿਚਾਰੇ 200 ਸਾਲ ਪਹਿਲਾਂ ਜਾ ਕੇ ਵਸੇ ਨੇ। ਹਾਂ ਪਤਾ ਜੀ, ਸਾਰਿਆਂ ਨੂੰ ਪਤਾ। ਇਹ ਉੱਥੇ ਵਸਣ ਤੋਂ ਬਾਅਦ ਇਹਨਾਂ ਨੇ ਜਾ ਕੇ ਆਪਣੇ ਉੱਥੇ ਮਕਾਨ ਬਣਾ ਲਏ, ਛੋਟੇ ਛੋਟੇ, ਬਹੁਤੇ ਵੱਡੇ ਨਹੀਂ, ਕਿਸੇ ਦਾ 1 ਮਰਲੇ ਜਾਂ ਕਿਸੇ 2 ਮਰਲੇ 'ਚ ਮਕਾਨ ਛੋਟੇ ਛੋਟੇ ਬਣਾ ਲਏ ਜੀ। ਇਹਨਾਂ ਨੂੰ ਉਜਾੜਨ ਵਾਸਤੇ ਪਹਿਲਾਂ 1953 ਚ ਕੋਸ਼ਿਸ਼ ਕੀਤੀ ਗਈ, ਮੁੜ ਕੇ 1987 ਚ ਕੀਤੀ ਗਈ, 1994 ਚ ਝਗੜਾ ਵੀ ਇਹਨਾਂ ਦਾ ਉੱਥੇ। ਅੱਛਾ, ਹਾਂਜੀ, ਹੋਇਆ। ਲੇਕਿਨ ਹੁਣ ਫਿਰ 2018 ਚ ਆ ਕੇ ਇਹਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਸ ਟਾਈਮ ਤੇ ਉੱਥੇ DGP ਸੀ ਸਵਰਾਜ ਬੀਰੋ ਨੇ, ਜਿਹੜੇ ਅੱਜ ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਜੀ। ਖੈਰ ਚਲੋ ਉਸ ਟਾਈਮ ਤੇ ਪੰਜਾਬ ਸਰਕਾਰ ਨੇ ਕਾਫੀ ਚੰਗਾ ਰੋਲ ਨਿਭਾਇਆ। ਰੰਧਾਵਾ ਸਾਹਿਬ ਉੱਥੇ ਆਪ ਗਏ, ਉੱਥੇ ਮੈਂਬਰ 3 ਮੈਂਬਰੀ ਕਮੇਟੀ ਲੈ ਕੇ ਗਏ, ਉੱਥੇ ਤੇ ਗਵਰਨਰ ਨੂੰ ਮਿਲੇ, ਉੱਥੇ ਮੁੱਖ ਮੰਤਰੀ ਨੂੰ ਮਿਲੇ, ਗਲਤ ਕਰ ਰਹੇ। ਸ਼੍ਰੋਮਣੀ ਕਮੇਟੀ ਦਾ ਰੋਲ ਅੱਛਾ ਨਿਭਾਇਆ, ਨਹੀਂ ਗੱਲ ਨਹੀਂ, ਸ਼੍ਰੋਮਣੀ ਕਮੇਟੀ ਦਾ ਰੋਲ ਅੱਛਾ ਨਿਭਾਇਆ, ਇਹਨਾਂ ਦੀ ਮਦਦ ਕੀਤੀ ਕਿ ਜੇ ਤੁਸੀਂ ਕੋਈ ਵਕੀਲ ਕਰਨਾ ਪੈਸੇ ਛੱਡਾਂਗੇ ਤੁਹਾਨੂੰ ਜੀ। ਉੱਥੇ ਜਿਹੜਾ ਗੁਰਦੁਆਰਾ ਦਾ ਪ੍ਰਧਾਨ ਸੀ, ਉਹਦਾ ਨਾਮ ਗੁਰਜੰਟ ਸਿੰਘ ਕੀ ਨਾਂ ਸੀ, ਉਹਦਾ ਨਾਮ ਭੁੱਲ ਗਿਆ ਬੰਦੇ ਦਾ, ਉਹ ਬਕਾਇਦਾ ਇੱਥੇ ਆਇਆ, ਉਹਦੀ ਮਦਦ ਕੈਸ਼ ਵੀ ਕੀਤੀ ਇਹਨਾਂ ਨੇ ਵੀ ਪੈਸੇ ਲੈ ਜਾਓ ਤੁਸੀਂ, ਜੇ ਕਿ ਆਪਣੀ ਤੁਹਾਨੂੰ ਕੋਈ ਤਕਲੀਫ ਹੈ ਦੱਸੋ ਤੁਸੀਂ। ਚਲੋ
ਹੁਣ ਉੱਥੋਂ ਦੇ ਉਪ ਮੁੱਖ ਮੰਤਰੀ ਨੇ ਬਕਾਇਦਾ ਤੌਰ ਤੇ ਮਤਾ ਕਰਕੇ ਕਹਿ ਦਿੱਤਾ ਵੀ ਤੁਹਾਨੂੰ ਇਹ ਜਗ੍ਹਾ ਖਾਲੀ ਕਰਨੀ ਪੈਣੀ ਹੈ ਖਾਸੀ ਭਾਈਚਾਰੇ ਵਾਸਤੇ ਜੀ, ਤੁਹਾਨੂੰ ਜਗ੍ਹਾ ਹੋਰ ਦਿੱਤੀ ਜਾਵੇਗੀ। ਉਹ ਰੌਲਾ ਫੇਰ ਪਿਆ, ਚਾਰ ਫਿਰ ਨਿਗੇਧੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਗੱਲ ਆ ਵੀ ਅੱਜ ਦੀ ਡੇਟ ਦੇ ਵਿੱਚ ST ਜਿਹੜੇ ਕੌਮੀ ਕਮਿਸ਼ਨ ਉਹਦਾ ਚੇਅਰਮੈਨ ਤੇ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਵਾ ਉਹ ਦੋਵੇਂ ਪੰਜਾਬ ਦੇ ਨੇ ਜੀ। ST ਕਮਿਸ਼ਨ ਜਿਹੜੇ ਉਹ ਵਿਜੇ ਸਾਂਪਲਾ ਨੇ ਤੇ ਜਿਹੜੇ ਕੌਮੀ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਜੀ। ਹੁਣ ਲਾਲਪੁਰਾ ਸਿੰਘ ਨੇ ਪੱਤਰ ਲਿਖਿਆ ਵੀ ਤੁਸੀਂ ਜਵਾਬ ਦਿਓ ਸਾਨੂੰ ਵੀ ਤੁਸੀਂ ਪਰੇਸ਼ਾਨ ਕਿਉਂ ਕਰ ਰਹੇ ਹੋ, ਜਿਹੜੇ ਇੰਨੇ ਲੋਕ ਪੁਰਾਣੇ ਬੈਠੇ ਕਿਉਂ ਕਰ ਰਹੇ ਤੁਸੀਂ। ਸਿਆਪਾ ਇਸ ਗੱਲ ਦਾ ਸੀ ਵੀ ਇਹਨਾਂ ਲੋਕਾਂ ਨੇ ਨਾ ਲੀਜ਼ ਕਰਾਈ ਨਾ ਰਜਿਸਟਰੀ ਕਰਾਈ, ਉਹ ਬੈਠੇ ਸੀ ਆਪਣੇ ਮਕਾਨ ਬਣਾ ਕੇ, ਪੁੱਛੇ ਨਹੀਂ ਕਿਸੇ ਨੇ ਜੀ। ਅੱਜ ਵੀ ਚੰਨੀ ਸਾਹਿਬ ਕਰ ਰਹੇ ਨੇ, ਮੁੱਖ ਮੰਤਰੀ ਸਾਹਿਬ ਕਿਉਂ ਕਰ ਰਿਹਾ। ਪਿੰਡਾਂ ਦੇ ਵਿੱਚ ਜਿਹੜੀਆਂ ਦਲਿਤ ਬਸਤੀਆਂ ਨੇ ਉਹ ਸ਼ਾਮਲਕ ਜਗ੍ਹਾ ਤੇ ਬਣੀਆਂ ਨੇ, ਉਹਨਾਂ ਦੇ ਘਰ ਵੀ ਬਣਿਆ, ਸਭ ਕੁਝ ਬਣਿਆ, ਲੇਕਿਨ ਉਹਨਾਂ ਨੂੰ ਅਧਿਕਾਰ ਨਹੀਂ ਵੀ ਉਹ ਜ਼ਮੀਨ ਆਪਣੇ ਦੱਸ ਸਕਣ ਜ਼ਮੀਨ ਬਣਨਾ ਹੈਗੀ। ਹੁਣ ਇਹਨਾਂ ਨੇ ਕਹਿ ਤਾ ਉਹਦੀ ਪਮੈਸ਼ ਕਰਕੇ ਜਿਹੜਾ ਜਿੱਥੇ ਬੈਠਾ ਉਨੀ ਜ਼ਮੀਨ ਉਹਨਾਂ ਰਜਿਸਟਰੀ ਕਰ ਦਿੱਤੀ ਜਾਵੇ, ਅਵਾਰਡ ਕਾਰਡ ਬਣਾ ਦਿੱਤਾ ਜਾਵੇ ਜੀ। ਚਲੋ ਉਹ ਬਣ ਜੂ, ਮਾਲਕ ਬਣ ਜਾਣਗੇ। ਇਸੇ ਤਰ੍ਹਾਂ ਚਾਹੀਦਾ ਇਹ ਸੀ ਵੀ ਇਹਨਾਂ ਨੂੰ ਵੀ ਇਹੋ ਜਿਹੇ ਅਵਾਰਡ ਕਾਰਡ ਇਸ਼ੂ ਕਰ ਦਿੰਦੇ ਵੀ ਭਾਈ ਤੁਹਾਡੀ ਆ ਜਿੰਨੀ ਮਲਕੀਅਤ ਹੈਗੀ ਤੁਸੀਂ ਰਹਿ ਸਕਦੇ ਹੋ ਜੀ। ਉਹ ਤਾਂ ਕੀਤਾ ਨਹੀਂ। ਹੁਣ ਇਹਨਾਂ ਨੂੰ ਜਾਣਨ ਦੀ ਗੱਲ ਕੀਤੀ ਆ ਤੇ ਜਿਹੜੇ ਲਾਲਪੁਰਾ ਸਾਹਿਬ ਉਹਨਾਂ ਨੇ ਬਕਾਇਦਾ ਤੌਰ ਤੇ ਉੱਥੋਂ ਦੀ ਸਰਕਾਰ ਨੂੰ ਚਿੱਠੀ ਲਿਖੀ ਹੈ, ਬਕਾਇਦਾ ਤੌਰ ਤੇ ਪੱਤਰ ਲਿਖਿਆ ਵੀ ਇਮੀਡੀਏਟਲੀ ਜਵਾਬ ਦਿੱਤਾ ਜਾਵੇ, ਨਹੀਂ ਤੇ ਤੁਹਾਨੂੰ ਆਪਣੀ ਕੋਰਟ ਤਲਬ ਕਰਾਂਗੇ ਜੀ ਜੀ ਜੀ। ਉਹਨਾਂ ਤੋਂ ਬਾਅਦ ਵਿਜੇ ਸਾਂਪਲਾ ਹੋਰੀ ਉਹਨਾਂ ਨੇ ਵੀ ਕਹਿ ਦਿੱਤਾ ਵੀ ਇਹ ਸਾਰੇ ਦਲਿਤ ਲੋਕ ਆ, ਅਸੀਂ ਇਹਨਾਂ ਨੂੰ ਬਰਬਾਦ ਤੇ ਇਹਨਾਂ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ, ਇਹਨਾਂ ਤੁਸੀਂ ਤੋਂ ਨਹੀਂ ਕੱਢ ਸਕਦੇ ਜੀ। ਹੁਣ ਦੋਵੇਂ ਕਮਿਸ਼ਨ ਜਿਹੜੀ ਸਪੋਰਟ ਤੇ ਆ ਗਏ ਆ। ਅੱਗੇ ਵੇਖੋ ਇਹ ਸਪੋਰਟ ਦਾ ਕੀ ਅਸਲ ਹੈ। ਉਹ ਸਰਕਾਰ ਕਹਿੰਦੀ ਆ ਵੀ ਅਸੀਂ ਆਪਣਾ ਮਤਾ ਪਾਸ ਕਰਤਾ ਵੀ ਇਹਨਾਂ ਨੂੰ ਇਹ ਜਗ੍ਹਾ ਖਾਲੀ ਕਰਨੀ ਪੈਣੀ ਹੈ ਜੀ। ਚਲੋ ਵੇਖਦੇ ਹਾਂ ਜੀ ਕੀ ਬਣਦਾ। ਹੋਈ ਆ ਪਹਿਲਾਂ ਗੁਜਰਾਤ ਦੀ ਲੋੜ ਸੀ, ਉੱਥੇ ਲੈ ਗਏ, ਇੱਥੇ ਕੂੜਾ ਢਵਾ ਲਿਆ। ਬਿਲਕੁਲ ਸਹੀ ਤੁਸੀਂ ਗੱਲ ਕਹੀ। ਜੇ ਕਿਤੇ ਉਦੋਂ ਸਾਡੀ ਅਕਾਲੀ ਦਲ ਸਰਕਾਰ ਨੇ ਸਹੀ ਸਮੇਂ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਨੌਬਤ ਨਾ ਹੁੰਦੀ। ਪਰ ਰੌਲਾ ਤਾਂ ਆਪਦੀਆਂ ਜ਼ਮੀਨਾਂ ਸੰਭਾਲਣ ਦੀ ਹੈ ਜੀ ਇਹਨਾਂ ਨੂੰ ਤਾਂ ਜੀ ਜੀ ਜੀ। ਜਿਹੜੇ ਬੰਦੇ ਜਿਹੜੇ ਬੁਲਾ ਕੇ ਕਹਿਤਾ ਦੇਖੋ ਜੀ ਤੇ ਬੰਦੇ ਖੁਸ਼ੀ ਬੜੀ, ਇਹਨਾਂ ਦੀ ਸਰਕਾਰ ਕੋਲ ਪ੍ਰੋਬਲਮ ਹੀ ਕੋਈ ਨਹੀਂ ਹੈ। ਜਿਹੜੇ ਅਸਲੀ ਚੀਜ਼ ਹੁੰਦੇ ਤੁਰੇ ਫਿਰਦੇ ਸੀ ਅਸਲੀ ਤਾਂ ਵਿਚਾਰਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਜੀ ਕੋਈ। ਉਦੋਂ ਤਾਂ ਲਾਲ ਬਹਾਦਰ ਸ਼ਾਸਤਰੀ ਏਡਾ ਸਿਆਣਾ ਬੰਦਾ, ਕੋਈ ਪਾਗਲ ਥੋੜੀ ਜਾ ਕੇ ਵਸਾਇਆ ਸੀ। ਕੋਈ ਸੋਚ ਕੇ ਹੀ ਵਸਾਏ ਸੀਗੇ। ਉਹਨੂੰ ਪਤਾ ਸੀਗਾ ਵੀ ਜੇ ਦੇਸ਼ ਨੂੰ ਬਚਾਉਣਾ ਤਾਂ ਸਿੱਖਾਂ ਨੂੰ ਅੱਗੇ ਕਰਨਾ ਪੈਣਾ। ਪਰ ਹੁਣ ਤਾਂ ਦੇਖ ਲਓ ਜੋ ਸਿੱਖਾਂ ਦੀ ਦੁਰਗਤੀ ਹੋ ਰਹੀ ਹੈ, ਮੈਨੂੰ ਲੱਗਦਾ ਕਿਸੇ ਦੀ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਪੜ੍ਹ ਲਓ, ਉਹ ਲਿਖਦੇ ਨੇ ਆਪਣੀ ਕਿਤਾਬ ਦੇ ਵਿੱਚ। ਉਹ ਕਹਿੰਦੇ ਵੀ 1965 ਦੀ ਜੰਗ ਵੇਲੇ ਬਕਾਇਦਾ ਤੌਰ ਤੇ ਅਸੀਂ ਬਿਆਸ ਦੇ ਪਰਲੇ ਪਾਸੇ ਦਰਖਤ ਲੱਗੇ ਝੁੰਡੇ ਉੱਥੇ ਸੀਗੇ ਜੀ। ਜਨਰਲ ਹਰਬਖਸ਼ ਸਿੰਘ ਸਾਡੇ ਨਾਲ ਸੀ, ਸਾਨੂੰ ਬਕਾਇਦਾ ਤੌਰ ਤੇ ਹੁਕਮ ਆ ਗਿਆ ਸੀ ਵੀ ਆਹ ਪੁਲ ਤੋੜ ਦਿਓ, ਤੁਸੀਂ ਇਸ ਪਾਸੇ ਆ ਜਾਓ ਤੇ ਬਾਕੀ ਛੱਡ ਦਿਓ ਪੱਖ ਨੂੰ। ਲੇਕਿਨ ਸਰਦਾਰ ਹਰਬਖਸ਼ ਸਿੰਘ ਨੇ ਗੱਲ ਕਹੀ ਸੀ ਬਿਲਕੁਲ ਨਹੀਂ, ਤੁਸੀਂ ਜੋ ਮਰਜ਼ੀ ਕਹੋ, ਅਸੀਂ ਅੱਗੇ ਨਨਕਾਣਾ ਸਾਹਿਬ ਖੋਇਆ ਹੋਣਾ, ਦਰਬਾਰ ਸਾਹਿਬ ਨਹੀਂ ਖੋਇਆ ਸੀ ਜੀ। ਇੱਥੋਂ ਤੱਕ ਵੀ ਜਿਹੜੇ ਸਾਡੇ ਫੌਜੀ ਸੀ, ਮਦਰਾਸੀ ਸੀ, ਉਹ ਕਹਿੰਦੇ ਸੀ ਆਹ ਬੰਦੂਕ ਵੀ ਰੱਖ ਲਓ ਤੇ ਕੱਪੜੇ ਵਰਦੀ ਵੀ ਰੱਖ ਲਓ, ਸਾਡੇ ਕੱਪੜੇ ਦੇ ਦਿਓ ਸਾਨੂੰ ਜੀ। ਉਹ ਜਿਹੜੀ 65 ਦੀ ਜੰਗ ਸੀ ਲੋਕਾਂ ਨੇ ਆਪ ਲੜੀ ਸੀ ਉੱਥੇ ਤੇ ਪਾਕਿਸਤਾਨ ਆਰਮੀ ਨੇ ਟੱਕਰਾ ਕੀਤਾ ਸੀ ਜੀ। ਐਵੇਂ ਨਹੀਂ ਸੀ ਤੁਹਾਡਾ ਜਿਹੜਾ ਉਹ ਮੁੰਡਾ ਹੈਗਾ ਸੀ ਚੌਧਰੀ ਨਿਜ਼ਾਮੁਦੀਨ ਲਾਹੌਰ ਰੇਡੀਓ ਤੇ ਬੈਠ ਕੇ ਕਹਿੰਦਾ ਸੀਗਾ ਜੀ, ਕਹਿੰਦਾ ਸੀ ਚੌਧਰੀ ਸਾਹਿਬ ਆ ਜਿਹੜਾ ਪੰਜਾਬ ਦਾ ਏਰੀਆ ਨਾ ਅਟਾਰੀ ਤੋਂ ਲੈ ਕੇ ਮਾਲੇ ਤੱਕ ਸਾਡੀਆਂ ਫੌਜਾਂ ਨੂੰ ਇੱਥੇ ਕੋਈ ਠੂਸ ਠਾਸ ਕਰਨੀ ਪੈਣੀ ਹੈ ਤੇ ਮਾਲੇ ਤੋਂ ਦਿੱਲੀ ਪਹੁੰਚਣ ਵਾਸਤੇ ਸਾਨੂੰ ਜਿਹੜੀ ਡੀਟੀ ਦੀ ਦਵਾਈ ਹੈ ਪੱਛਰ ਮਾਰਨ ਵਾਲੀ ਉਹ ਛਿੜਕਾ ਕੇ ਦਿੱਲੀ ਪਹੁੰਚ ਜਾਣਾ ਸੀ। ਇੱਥੋਂ ਤੱਕ ਕਹਿੰਦਾ ਸੀ। ਹੁਣ ਤਾਲਿਬਾਨਾਂ ਦਾ ਨੀ ਪਿੱਛੇ ਲਿਆ ਜੀ। ਤਾਲਿਬਾਨਾਂ ਨੇ ਕਹਿਤਾ ਜੇ ਪੰਜਾਬ ਵਿੱਚ ਨਾ ਹੋਵੇ, ਸਿੱਖ ਨਾ ਉੱਥੇ ਹੋਣ ਤਾਂ ਅਸੀਂ ਮਿੰਟੋ ਮਿੰਟੀ ਪਹੁੰਚੀ ਦਿੱਲੀ ਪਹੁੰਚੀਏ। ਮੇਰਾ ਕਹਿਣ ਤੋਂ ਭਾਵ ਵੀ ਇਹ ਖਿੱਤੇ ਨੇ ਆਪਣੇ ਸਿਰ ਤੇ ਜੰਗਾਂ ਲੜੀਆਂ ਨੇ, 71 ਦੀ ਵੀ ਲੜੀ ਆ, 65 ਦੀ ਵੀ ਲੜੀ ਆ, ਸਭ ਕੁਝ ਕੀਤਾ ਤੇ ਲੇਕਿਨ ਉਹਨਾਂ ਲੋਕਾਂ ਨੂੰ ਜੇ ਤੁਸੀਂ ਅੱਜ ਵੀ ਬਰਬਾਦ ਕਰਦੇ ਹੋ ਤੇ ਫਿਰ ਦੇਸ਼ ਦੀ ਰੱਖਿਆ ਕਿਵੇਂ ਕਰਨੀ। ਅੱਜ ਤੁਸੀਂ ਅਖਬਾਰ ਪੜ੍ਹੋ, 5 ਵਿੱਚ 4 ਸਿੱਖ ਨੇ ਜਿਹੜੇ ਸ਼ਹੀਦ ਹੋਏ। ਹਾਂ ਜੀ ਬਿਲਕੁਲ, ਛਾਤਾਂ ਦਿੱਤੀਆਂ ਆਪਣੀਆਂ, ਕੋਈ ਗੱਲ ਨਹੀਂ ਜੀ ਜੀ। ਤੇ ਪੱਟੀ ਸਾਹਿਬ ਨਿਹੰਗ ਸਿੰਘ ਕਹਿੰਦੇ ਗੋਲੀ ਚਲਾ ਕੇ ਤੇ ਸਲਾਮੀ ਦੇ ਰਿਹਾ ਸੀ ਤਖਤ ਸਾਹਿਬ ਨੂੰ। ਉਹ ਤਖਤ ਕੇਸਗੜ੍ਹ ਸਾਹਿਬ ਦੀ ਹੋਈ ਜੀ, 2-3 ਦਿਨ ਹੋਈ ਗੱਲ ਨੂੰ ਇਸ ਨੂੰ। ਅੱਛਾ। ਨਿਹੰਗ ਸਿੰਘ ਗਿਆ ਮੱਥਾ ਟੇਕਣ
ਤੇ ਜਦੋਂ ਉੱਥੇ ਚੰਨ ਗੰਗਾ ਕੋਲੇ ਗਿਆ ਉਹਨੇ ਸੋਚਿਆ ਯਾਰ ਗੁਰੂ ਦੇ ਘਰੇ ਤਾਂ ਅਸੀਂ ਚੰਗੇ ਲੱਗਦੇ ਆਪਾਂ। ਗੁਰੂ ਦਾ ਸਾਨੂੰ ਸ਼ਾਸਤਰ ਬਖਸ਼ਿਆ, ਉਹਨਾਂ ਦੀ ਵਰਤੋਂ ਕੀਤੀ ਜਾਵੇ ਜੀ। ਉਹਨੇ ਤਾਂ ਨੂੰ ਹਵਾਈ ਫਾਇਰ ਕਰ ਦਿੱਤੇ। ਉੱਥੇ ਇੱਕ ਗੁਰਨਕਸ਼ਨ ਦਾ ਬੰਦਾ ਸੀ, ਉਹਨੇ ਫੜ ਲਿਆ ਉਹਨੂੰ ਵੀ ਤੂੰ ਇਹ ਕੀ ਕਰਨ ਲੱਗਾ, ਬੰਦਾ ਮਾਰ ਦੇਗਾ ਕਿ ਨਹੀਂ ਤੂੰ। ਚਲੋ ਮੁੜ ਕੇ ਸੁੱਤੀ ਪਈ ਸ਼੍ਰੋਮਣੀ ਕਮੇਟੀ ਵੀ ਆ ਗਈ ਜੀ, ਉਹਨਾਂ ਫੜ ਕੇ ਪੁਲਿਸ ਨੂੰ ਦੇ ਦਿੱਤਾ। ਅੱਛਾ ਜੀ। ਜਦੋਂ ਪੁਲਿਸ ਨੂੰ ਦਿੱਤਾ ਤੇ ਪੁਲਿਸ ਨੇ ਤਫਤੀਸ਼ ਕੀਤੀ, ਭਾਈ ਤੂੰ ਇਹ ਕਿਉਂ ਗੋਲੀ ਚਲਾਈ ਹੈ ਦੱਸ। ਉਹ ਕਹਿੰਦਾ ਮੈਂ ਗੁਰੂ ਘਰ ਮੱਥਾ ਟੇਕਣ ਚੱਲਿਆ ਸਾਂ, ਸਾਨੂੰ ਗੁਰੂ ਦੇ ਸ਼ਾਸਨ ਤੇ ਮੈਂ ਤੇ ਗੁਰੂ ਨੂੰ ਸਲਾਮੀ ਦਿੱਤੀ, ਗੋਲੀ ਚਲਾ ਕੇ ਮੈਂ ਤੇ ਕਿਸੇ ਨੂੰ ਕੁਛ ਨਹੀਂ ਕਿਹਾ। ਗੱਲ ਤਾਂ ਸਿਆਣੀ ਕਹੀ ਆ ਉਹਨੇ। ਉਹਨੇ ਕਿਹਾ ਤੂੰ ਸਲਾਮੀ ਦੇ ਤੇ ਅਸੀਂ ਕੇਸ ਦਰਜ ਕਰਕੇ ਤੈਨੂੰ ਜੇਲ੍ਹ ਭੇਜਦੇ ਹਾਂ। ਉਹ ਪਿਸਤੌਲ ਜ਼ਬਤ ਕੇਸ ਦਰਜ ਕਰਕੇ ਵਿਚਾਰਾ ਜੇਲ੍ਹ ਚਲਾ ਗਿਆ। ਤੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਵੇਖੋ ਜੀ ਗੋਲੀ ਚਲਾਤੀ ਜੀ, ਬੰਦੇ ਮਾਰ ਦੇਣੇ ਸੀ, ਲੇਕਿਨ ਉਹ ਪੁਲਿਸ ਇਹ ਕਹਿ ਰਹੀ ਆ ਕਿ ਉਹਦੀ ਸ਼ਬਦ ਇੱਛਾ ਉਹਦੀ ਹੋਰ ਸੀ। ਉਹ ਫਿਰ ਫੌਜ ਹੈ ਜੀ, ਲਾਡਲੀ ਫੌਜ ਹੈ, ਉਹਨੇ ਦੇਤੀ ਸਲਾਮੀ ਗੁਰੂ ਘਰ ਨੂੰ। ਹਾਂਜੀ 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 ਹਾਂ। ਪਰ ਵੇਖੋ ਨਾ ਜਿਹੜੇ ਦਰਬਾਰ ਸਾਹਿਬ ਦੇ ਘੇਰੇ ਬੁੰਗੇ ਬਣੇ ਸੀ, ਉਹ ਜਿੱਥੇ ਇੱਕ ਪ੍ਰਚਾਰ ਦੇ ਕੇਂਦਰ ਬਣੇ ਸੀਗੇ ਜੀ, ਉੱਥੇ ਜਦੋਂ ਵੀ ਸਾਡੇ ਜਰਨੈਲ ਆਉਂਦੇ ਸੀ, ਮਿਸਲਾਂ ਦੇ ਸਰਦਾਰ ਹੁੰਦੇ ਸੀ, ਉਹ ਮਿਸਲਾਂ ਦੇ ਨਾਂ ਦੀ ਬੁੰਗੇ ਬਣੇ ਸੀ। ਆਹ ਕਿਹੜੀ ਮਿਸਲ ਆ ਜੀ, ਸ਼ੁਕਰ ਚੱਕਿਆ ਉਹਦਾ ਬੁੰਗਾ ਜੀ, ਆਹ ਮਿਸਲ ਜਿਹੜੀ ਆ ਉਹ ਕਨਈਆ ਉਹਨਾਂ ਦਾ ਬੁੰਗਾ ਜੀ। ਉਹ ਬਕਾਇਦਾ ਤੌਰ ਤੇ ਆਪਣੇ ਰਵਾਇਤੀ ਸ਼ਸਤਰ ਸਾਰੇ ਉੱਥੇ ਰੱਖ ਕੇ ਜਾਂਦੇ ਸੀ ਮੱਥਾ ਟੇਕਣ ਵਾਸਤੇ ਜੀ, ਦਰਬਾਰ ਚ ਨਹੀਂ ਰੱਖ ਕੇ ਜਾਂਦੇ। ਇਸ ਕਰਕੇ ਚਲੋ ਉਹਨਾਂ ਦੀ ਠੀਕ ਸੀ ਵਿਚਾਰਧਾਰਾ ਵੀ ਨਹੀਂ ਜੀ ਆਪਾਂ ਗੁਰੂ ਘਰ ਹਥਿਆਰ ਨਹੀਂ ਲੈ ਕੇ ਜਾਣੇ, ਲੜਨਾ ਤੇ ਬਾਹਰ ਅੰਦਰ ਨਹੀਂ ਲੜਨਾ ਆਪਾਂ। ਲੇਕਿਨ ਨਿਹੰਗ ਸਿੰਘ ਦੀ ਆਪਣੀ ਭਾਵਨਾ ਸੀ ਕੀਤਾ ਉਹਨੇ, ਲੇਕਿਨ ਕਾਨੂੰਨ ਮੁਤਾਬਕ ਗਲਤ ਸੀ ਪੁਲਿਸ ਦੇ ਕੇਸ। ਹਾਂ ਬਿਲਕੁਲ, ਉਹ ਤਾਂ ਗਲਤ ਆ, ਤਾਂ ਫਿਰ ਗਲਤ ਹੀ ਪੈ ਗਿਆ ਨਹੀਂ। ਤੇ ਉਧਰੋਂ ਜਥੇਦਾਰ ਸਾਹਿਬ ਦੀ ਕਿਵੇਂ ਕੁਰਸੀ ਕਹਿੰਦੇ ਡਾਵਾਂਡੋਲ ਹੋਈ ਜਾਂਦੀ ਹੈ? ਉਹ ਸਾਡੇ ਜਥੇਦਾਰ ਜਿਹੜੇ ਹੈਗੇ ਆ ਗਿਆਨੀ ਰਘਬੀਰ ਸਿੰਘ ਹੋਰੀ ਜੀ। ਪਹਿਲੀ ਗੱਲ ਤੇ ਮੈਂ ਇਹ ਕਹਿ ਦਿਆਂ ਵੀ ਜਿਹੜਾ ਚੰਨੀ ਜੀ ਦੇ ਬੇਟੇ ਨੂੰ ਸ਼ਾਦੀ ਚ ਜਾ ਕੇ ਬਕਾਇਦਾ ਤੌਰ ਤੇ ਪਰਿਵਾਰਪੁਰ ਪਰਮਿਟ ਲੈ ਕੇ ਗਏ ਹੋਣਗੇ ਜਥੇਦਾਰ ਸਾਹਿਬ, ਉਦਾਂ ਨਹੀਂ ਜਾ ਸਕਦੇ। ਪਰਮਿਟ ਦੱਸੋ ਹੈ, ਪਰਮਿਟ ਲੈ ਕੇ ਜਾਣਾ ਪੈਂਦਾ? ਪਰਮਿਟ ਲੈ ਕੇ ਜਾਣਾ ਪੈਂਦਾ ਕਿਉਂਕਿ ਕੱਲ ਨੂੰ ਨਵਜੋਤ ਸਿੰਘ ਸਿੱਧੂ ਦੀ ਬੇਟੀ ਸ਼ਾਦੀ ਦੇ ਕੇ ਜਾਣਗੇ, ਕਦੀ ਨਹੀਂ ਜਾਣਗੇ। ਸੁਖੀ ਰੰਧਾਵੇ ਦੀ ਸ਼ਾਦੀ ਕਦੀ ਨਹੀਂ ਜਾਣਗੇ, ਕਿਉਂ ਨਹੀਂ ਜਾਣਗੇ? ਪਰਮਿਟ ਨਹੀਂ ਮਿਲਣਾ। ਪਰਮਿਟ ਨਹੀਂ ਮਿਲਣਾ। ਪਰਮਿਟ ਮਿਲਿਆ ਸਰ ਚੰਨੀ ਰਘਵ ਚੰਨੀ ਜੀ ਕਾਮਨ ਦੇ ਬੰਦੇ ਨੇ, ਸਾਰੇ ਦੇ ਸਾਂਝੇ ਦੇ ਬੰਦੇ ਨੇ। ਚਲੋ ਉਹਨਾਂ ਜਥੇਦਾਰ ਸਾਹਿਬ ਨੂੰ ਨਿਯੁਕਤਾ ਭੇਜਿਆ ਤੇ ਜਥੇਦਾਰ ਚਲੇ ਗਏ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਸਾਡੇ ਕੁਝ ਜਿਹੜੀਆਂ ਪੰਥਕ ਜਥੇਬੰਦੀਆਂ ਇਹ ਉਠਾ ਰਹੀਆਂ ਸਵਾਲ ਕਿ ਜਥੇਦਾਰ ਸਾਹਿਬ ਨੇ ਪਤਿਤ ਨੂੰ ਸੌਂਪ ਦਿੱਤਾ ਤੇ ਪਤਿਤ ਨੂੰ ਜਿਹੜਾ ਵਾ ਉਹਨਾਂ ਨੇ ਜਿਹੜਾ ਸੀ ਅਰਦਾਸ ਕੀਤੀ ਜੀ। ਤੁਹਾਨੂੰ ਪਤਾ ਹੋਏਗਾ ਅਕਾਲ ਤਖਤ ਤੇ ਪਹਿਲਾਂ ਤੇ ਪ੍ਰਸ਼ਾਦ ਵੀ ਪਤਿਤ ਦਾ ਨਹੀਂ ਲਿਆ ਜਾਂਦਾ ਸੀ, ਲੇਕਿਨ ਹੁਣ ਨਾ ਖੋਲ ਲੈ ਸਕਦੇ। ਲੇਕਿਨ ਅਰਦਾਸ ਤੁਸੀਂ ਅਜੇ ਵੀ ਨਹੀਂ ਕਰ ਸਕਦੇ ਉੱਥੇ ਪਤਿਤ ਦੀ। ਜੇ ਅਕਾਲ ਤਖਤ ਦੀ ਇਹ ਪਰੰਪਰਾ ਹੈਗੀ ਤੇ ਫਿਰ ਜਥੇਦਾਰ ਨੇ ਕਿਵੇਂ ਅਰਦਾਸ ਕਰਤੀ ਜਾ ਕੇ ਦੱਸੋ? ਉਹ ਜਿਹੜੇ ਪੰਥਕ ਜਥੀਆਂ ਪੁਲਿਸਰੀਆਂ ਨੇ ਦੱਸੋ ਕਿਵੇਂ ਕਰਦੀ ਜੀ। ਕੁਛ ਲੋਕ ਹਿੰਦੂ ਵੀ ਮੈਂ ਕੁਛ ਵੇਖਣ ਡਿਆ YouTube ਤੇ ਜਿਹਨੂੰ ਜਾਣਦੇ ਨਹੀਂ ਜੀ, ਵੇਖੋ ਸਾਂਝੀਵਾਲਤਾ ਦਾ ਪ੍ਰਤੀਕ ਠੀਕ ਹੈ, ਉਹ ਮੈਂ ਤੇ ਕਹਿੰਦੀ ਸਾਂਝੀਵਾਲਤਾ ਦਾ ਪ੍ਰਤੀਕ ਹੈ, ਗੁਰੂ ਗ੍ਰੰਥ ਕਹਿੰਦਾ ਸੱਜੇ ਸਾਂਝੀਵਾਲ ਸੁਣਾ ਜੀ ਜੀ। ਇਸੇ ਕਰਕੇ ਸਾਂਝੀਵਾਲਤਾ ਦਾ ਪ੍ਰਤੀਕ ਜ਼ਰੂਰ ਆ, ਲੇਕਿਨ ਜਿਹੜੀ ਸਾਡੀ ਨਿਯਮ ਬਣੇ ਆ, ਸਾਡੀ ਸ਼ਰੀਅਤ ਜਿਹੜੀ ਹੈਗੀ ਆ, ਉਹ ਵੀ ਕੋਈ ਚੀਜ਼ ਹੈਗੀ ਆ। ਬਿਲਕੁਲ ਹੈਗੀ ਆ ਜੀ। ਇਸ ਕਰਕੇ ਜਥੇਦਾਰ ਸਾਹਿਬ ਨੇ ਇਹ ਗੱਲ ਕੀਤੀ ਆ ਤੇ ਉਹ ਹੁਣ ਗਲੇ ਦੀ ਹੱਡੀ ਬਣੀ ਪਈ ਆ ਤੇ ਜਥੇਦਾਰ ਸਾਹਿਬ ਚੁੱਪ। ਜਦੋਂ ਕੋਈ ਪਰਮਿਟ ਮਿਲੂਗਾ ਫਿਰ ਜਵਾਬ ਦੇ ਦੇਣਗੇ ਵੀ ਕੀ ਜਵਾਬ ਦੇਣਾ ਉਹਦਾ ਆਪਾਂ ਪਿੱਛੋਂ ਸਕ੍ਰਿਪਟ ਆ ਜਾਊਗੀ। ਬਿਲਕੁਲ ਮੈਂ ਸੋਚਦਾ ਪਰ ਨਹੀਂ, ਇਹ ਗੱਲ ਨਹੀਂ ਹੋਣੀ ਚਾਹੀਦੀ। ਜਥੇਦਾਰ ਸਾਹਿਬ ਨੂੰ ਇੱਕ ਤਾਂ ਉਹਨਾਂ ਦੀ ਗੱਲ ਠੀਕ ਆ, ਜਿਹੜਾ ਬੰਦਾ ਸਿੱਖਾਂ ਦੇ ਘਰ ਪੈਦਾ ਹੋ ਕੇ ਆਪਣੇ ਦਾੜੀ ਕੇਸ ਕਟਾਉਂਦਾ ਤਾਂ ਵਾਕਈ ਪਤਿਤ। ਸਹਿਜਧਾਰੀ ਦੀ ਤੇ ਚਲੋ ਪਰਿਭਾਸ਼ਾ ਹੈਗੀ ਆ, ਉਹਦਾ ਤਾਂ ਕਿਤੇ ਸਥਾਨ ਹੈਗਾ ਵਾ, ਪਤਿਤ ਦਾ ਕੋਈ ਸਥਾਨ ਨਹੀਂ। ਪਤਿਤ ਦਾ ਨਹੀਂ ਹੈ। ਚਲੋ ਖੈਰ ਵੇਖੋ ਰੱਬ ਜਥੇਦਾਰ ਸਾਹਿਬ ਜਵਾਬ ਦੇਣਗੇ। ਗੱਲ ਕਰਦੇ ਗਿਆਨੀ ਰਘਬੀਰ ਸਿੰਘ ਜੀ ਜੀ। ਗਿਆਨੀ ਰਘਬੀਰ ਸਿੰਘਾਂ ਤੇ ਦੋਸ਼ ਲੱਗਦਾ ਕਿ ਇਹਨਾਂ ਨੇ ਆਪਣੀ ਪ੍ਰੋਪਰ ਡਿਊਟੀ ਨਹੀਂ ਕੀਤੀ ਤੇ ਉਸ ਵਿਅਕਤੀ ਨੇ ਉੱਥੇ ਬੀੜੀ ਛੁਲਾ ਕੇ ਬੀੜੀ ਪੀ ਕੇ ਮੂੰਹ ਦੇ ਵਿੱਚ ਛੱਲੇ ਬਣਾ ਕੇ ਇਹ ਬੀੜੀ ਵੀ ਸੁੱਟੀ ਲੱਗ ਗਿਆ ਤੇ ਆਪਣੀ ਜਿਹੜੀ ਸੀ ਉਹ ਧੂੰਆਂ ਵੀ ਉੱਧਰ ਸੁੱਟਿਆ। ਹਾਂ ਹੋਇਆ ਜੀ, ਘਟਨਾ ਵਾਪਰੀ ਹੈ। ਉਹ ਬੰਦਾ ਫੜਿਆ ਵੀ ਗਿਆ, ਬਾਅਦ ਚ ਕਿਹਾ ਜੀ ਤੇ ਮੈਂਟਲੀ ਅਪਸੈਟ ਆ ਜੀ, ਬੜਾ ਕੁਛ ਹੈ। ਉਹਦੇ ਤੇ ਪੰਥਕ ਜਥੇਬੰਦੀਆਂ ਨੇ ਬਕਾਇਦਾ ਤੌਰ ਤੇ ਉੱਥੇ ਧਰਨਾ ਲਾਤਾ ਸੀ ਵੀ ਇੱਥੋਂ ਦੇ ਮੈਨੇਜਰ ਨੂੰ ਤੇ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਆ ਤੇ ਜਥੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਬੀਬੀ ਜਗੀਰ ਕੌਰ ਨੇ ਜਥੇਦਾਰੀਆਂ ਦੇ ਪੰਥਕ ਜਥੇਬੰਦੀਆਂ ਦਬਾ ਥੱਲੇ ਆ ਕੇ ਜਿਹੜਾ ਮੈਨੇਜਰ ਸੀਗਾ ਉਹਨੂੰ ਮੀਤ ਮੈਨੇਜਰ ਬਣਾ ਕੇ ਦੂਸਰੇ ਗੁਰਦੁਆਰੇ ਭੇਜ।
ਜਿਹੜਾ ਹੈਡ ਗ੍ਰੰਥੀ ਸੀ ਉਹਨੂੰ ਗ੍ਰੰਥੀ ਬਣਾ ਕੇ ਪਟਿਆਲੇ ਭੇਜ ਦਿੱਤਾ ਵੀ ਲੋ ਜੀ ਤੁਹਾਡੀ ਮੰਗ ਪੂਰੀ ਕਰਤੀ, ਤੁਸੀਂ ਕਹਿੰਦੇ ਰਿਵਾਈਟ ਕਰੋ, ਕਰਦੇ। ਹੁਣ ਗਿਆਨੀ ਰਘਬੀਰ ਸਿੰਘ ਹੋਰੀ ਵੀ ਜਥੇਦਾਰ ਉੱਥੇ ਹੈਗੇ ਆ, ਉਹਨਾਂ ਦੀ ਮੰਗ ਸੀ ਇਹਨੂੰ ਵੀ ਹਟਾਓ ਜੀ। ਕਿਉਂ ਡੈਡ ਦੇ ਇਹ ਜਾ ਕੇ ਹਸਪੀਟਲ ਐਡਮਿਟ ਹੁੰਦੇ ਵੀ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ। ਅੱਛਾ ਜੀ। ਜਲੰਧਰ ਜਾ ਕੇ ਪ੍ਰੋਬਲਮ ਹੋ ਜਾਂਦੇ। ਲੇਕਿਨ ਪੱਤਰਕਾਰ ਨੇ ਖਬਰ ਲਾਈ ਆ ਵੀ ਇਹ ਉੱਥੇ ਜਾ ਕੇ ਬਹਾਨੇਬਾਜ਼ੀ ਨੂੰ ਦਾਖਲ ਹੋਏ ਆ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਸਿਰਫ ਪੰਥਕ ਜਥੇਬੰਦੀਆਂ ਅੱਖਾਂ 'ਚ ਘਟਾ ਪਾਉਣ ਵਾਸਤੇ ਗਏ ਤੇ ਬੀਬੀ ਜਿਗਰ ਕੌਰ ਵੀ ਚਾਹੁੰਦੀ ਸੀ ਵੀ ਕਿਸੇ ਕਹਿੰਦੇ ਮਾਮਲਾ ਟਲ ਜੇ। ਉਹ ਹਾਲ ਦੀ ਕੜੀ ਟਲ ਗਿਆ। ਲੇਕਿਨ ਗਿਆਨੀ ਰਘਬੀਰ ਸਿੰਘ ਬੜੇ ਦੇਰ ਦੇ ਇੱਛਕ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਉਹ ਹੈਡ ਗ੍ਰੰਥੀ ਲੱਗਣ, ਕਿਉਂ ਇੱਥੇ ਲੰਮਾ ਸਮਾਂ ਉਹ ਗ੍ਰੰਥੀ ਰਹੇ ਨੇ ਜੀ। ਉਹਨਾਂ ਨੂੰ ਗ੍ਰੰਥੀ ਤੋਂ ਪ੍ਰਮੋਟ ਕਰਕੇ ਜਥੇਦਾਰ ਬਣਾ ਕੇ ਭੇਜਿਆ ਸੀ ਉੱਥੇ। ਉਹ ਵਾਪਸ ਉੱਤੇ ਹੈਡ ਗ੍ਰੰਥੀ ਤੌਰ ਤੇ ਆਉਣਾ ਚਾਹੁੰਦੇ ਆ ਜੀ। ਬੀਬੀ ਜਗੀਰ ਕੌਰ ਕਹਿੰਦੀ ਇੱਥੇ ਤੇ ਗ੍ਰੰਥੀ ਅੱਗੇ ਵਧੂ ਤੁਰੇ ਫਿਰਦੇ, ਉਹਨੂੰ ਕਿਉਂ ਭਰਤੀ ਕਰ ਲਿੱਤੇ। ਲੇਕਿਨ ਬੀਬੀ ਜੀ ਜਿਹੜਾ ਤੁਹਾਡਾ ਹੈਡ ਗ੍ਰੰਥੀ ਆ ਉਹਦੇ ਤੇ ਬਿਆਨ ਕੀਤਾ ਉਹਦੀ ਆਵਾਜ਼ ਨਹੀਂ ਨਿਕਲਦੀ, ਉਹ ਐਕਸਟੈਂਸ਼ਨ ਦੇ ਉੱਤੇ ਆ, ਉਹਦੇ ਤੇ ਮਿਹਰਬਾਨੀ ਟਕਸਾਲ ਵਾਲਿਆਂ ਦੀ ਆ, ਉਹ ਇੱਥੇ ਹੈਗਾ ਵਾ ਜਿਹੜਾ ਕੰਮ ਹੀ ਨਹੀਂ ਕਰਦਾ ਕੋਈ, ਉਹਨੂੰ ਤਨਖਾਹ ਵੀ ਦੇ ਰਹੇ ਤੇ ਹੈਡ ਗ੍ਰੰਥੀ ਸਾਰਾ ਕੁਝ ਦੇਈ ਜਾਂਦੇ। ਹਾਂਜੀ, ਜੇ ਉਹ ਰਿਟਾਇਰ ਹੋ ਗਿਆ ਤੇ ਕਿਉਂ ਨਹੀਂ ਰਿਟਾਇਰ ਕਰਕੇ ਨਵਾਂ ਭਰਤੀ ਕਰਦੇ, ਘਰੇ ਤੋਰੋ। ਹਾਂਜੀ, ਉਹ ਨਹੀਂ ਕਰ ਰਹੇ। ਤੇ ਬੀਬੀ ਜੀ ਨੇ ਕਹਿਤਾ ਜੀ ਇੱਥੇ ਦੇ ਗ੍ਰੰਥੀ ਅੱਗੇ ਬੜੇ ਹੈਗੇ ਆ, ਢੋਲ ਖਲਾਈ ਇੱਥੇ ਅਸੀਂ। ਅੱਜ ਦੀ ਡੇਟ ਦੇ ਵਿੱਚ ਕੋਈ ਸਮਾਂ ਸੀ ਜੀ ਸਿਰਫ 8 ਜਥੇ ਹੁੰਦੇ ਸੀ, ਰਾਗੀ ਜਥੇ। ਹੁਣ ਤਾਂ ਪਤਾ ਹੀ ਨਹੀਂ ਕਿੰਨੇ ਆ ਜੀ। 113 ਦੇ ਕਰੀਬ ਰਾਗੀ ਜਥੇ ਨੇ ਜਿਹੜੇ ਕਹਿੰਦੇ ਜੀ ਹਜ਼ੂਰੀ ਰਾਗੀ ਅਸੀਂ ਜੀ। ਜਦੋਂ ਲਾਈਵ ਚੱਲਦਾ ਹੋਵੇ ਤੇ ਤੁਹਾਨੂੰ ਉਹਦੇ ਪੁੱਠਾ ਰਸਤਾ ਬਣਾਉਣਾ ਪੈਂਦਾ ਡਿਊਟੀ ਲਾਉਣ ਵਾਸਤੇ। ਉਹ ਤਾਂ ਫਿਰ ਤੁਹਾਨੂੰ ਪੈਸੇ ਚੱਲਦੇ ਜੀ, ਪਤਾ ਨਹੀਂ ਕੀ ਕੁਝ ਚੱਲਦਾ ਵਿਦੇਸ਼ਾਂ 'ਚ ਵੇਖ ਸਕਣ। ਹਾਂ, ਸਾਨੂੰ ਬੁਲਾਉਣ ਰਾਗੀ ਵਧੀਆ, ਇਹ ਬਹੁਤ ਸਿਆਣੇ ਰਾਗੀ ਨੇ ਜੀ। ਇਹ ਇਹਨਾਂ ਵਰਗਾ ਤਾਂ ਕੋਈ ਕੀਰਤਨ ਹੀ ਨਹੀਂ ਕਰ ਸਕਦਾ। ਤੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ। ਪਿੱਛੇ ਜੇ ਇੱਕ ਰਾਗੀ ਜਥਾ ਗਿਆ ਸੀ ਉੱਥੇ ਜੀ, ਉਹਨੇ ਵਿਦੇਸ਼ੀ ਬੀਬੀ ਨੇ ਇਲੂ ਵੀ ਕੀਤਾ ਸੀਗਾ। ਉਹ ਬੜਾ ਪੰਗਾ ਪਿਆ ਸੀ, ਉਹਦੀ ਬਕਾਇਆ ਤੌਰ ਤੇ ਸ਼ਿਕਾਇਤ ਵੀ ਹੋਈ ਸੀ, ਪੁਲਿਸ ਨੂੰ ਹੋਈ ਸੀ, ਇੱਥੇ ਹੋਈ ਸੀ। ਉਹ ਰਾਗੀ ਜਥਾ ਸਸਪੈਂਡ ਰਿਹਾ, ਲੇਕਿਨ ਫਿਰ ਬਹਾਲ ਕਰਤਾ। ਉਹ ਤਾਂ ਫਿਰ ਕਰ ਹੀ ਦੇਣਾ, ਇਹ ਤਾਂ ਇਹਨਾਂ ਦੇ ਮਾਫੀਨਾਮੇ ਤਾਂ ਉਹਦੀ ਹੈ ਨਾ ਜੀ। ਜੀ 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 ਕੀ ਕਰੋਗੇ, ਬਹੁਤ ਕੁਛ ਕਰਦੇ ਆ ਜੀ ਇਹ ਜੀ ਜੀ। ਤੇ ਪੱਟੀ ਸਾਹਿਬ ਅੱਜ ਸ਼ਰਧਾਂਜਲੀ ਸਮਾਗਮ ਸੀਗਾ ਜੀ ਲਖਵੀਰਪੁਰ ਖੀਰੀ ਦੇ ਵਿੱਚ। ਲਗਭਗ ਜੀ ਉੱਥੇ ਜੋ ਸੁਣ ਕੇ ਆਇਆ ਵੀ 50,000 ਦੇ ਕਰੀਬ ਕਿਸਾਨ ਆਏ। ਇੱਕ ਮੈਂ ਸੁਣਿਆ ਸੀ ਵੀਡੀਓ ਤੇ, ਉਹਦੇ ਵਿੱਚ ਕਹਿ ਰਹੇ ਸੀ 50,000 ਦੇ ਕਿਸਾਨ ਆਏ ਜੀ। ਤੇ ਉੱਥੇ ਦਿੱਲੀ ਕਮੇਟੀ ਨੇ ਕਹਿ ਦਿੱਤਾ, ਨਵਾਂ ਪੰਗਾ ਪਾ ਦਿੱਤਾ ਕਿ ਇੱਥੇ ਜਿੱਥੇ ਉਹ ਘਟਨਾ ਵਾਪਰੀ ਉੱਥੇ ਜ਼ਮੀਨ ਲੈ ਕੇ ਉਹਨਾਂ ਦੀ ਯਾਦਗਾਰ ਬਣਾਈ ਜਾਏਗੀ ਜੀ। ਇਹਦਾ ਮਤਲਬ ਵੀ ਹੁਣ ਤੁਸੀਂ ਪੱਕਾ ਇੱਕ ਫੈਸਲਾ ਕਰ ਲਿਆ ਵੀ ਦੋਵਾਂ ਤਰ੍ਹਾਂ ਚ ਖੜਕਦੀ ਰੱਖਣੀ ਉੱਥੇ ਆ। ਉਹ ਕਹਿਣਗੇ ਯਾਦਗਾਰ ਸਾਡੀ, ਉਹ ਕਹਿੰਦੇ ਕਿਵੇਂ ਬਣ ਗਈ ਜੀ। ਅੱਗੇ ਤੇ ਹਾਲਾਤ ਏਦਾਂ ਦੇ ਉੱਥੇ ਹੈਗੇ ਤਾਂ ਤੁਸੀਂ ਹੋ ਜਾ ਕੇ ਪੰਗਾ ਪਾਉਣ ਰਹੇ ਹੋ। ਜੇ ਯਾਦਗਾਰ ਬਣੀ ਉਹਨਾਂ ਦੀ ਜਾਂ ਤੇ ਸਕੂਲ ਬਣਾ ਲਓ ਜਾ ਕੇ ਉੱਥੇ, ਕੋਈ ਨਾ ਕੋਈ ਫਿਰ ਕਿਵੇਂ ਦਾ ਤੁਹਾਨੂੰ ਮਨਾ ਕਰਦਾ ਕੋਈ। ਯਾਦਗਾਰ ਤੁਸੀਂ ਕੋਈ ਹੋਰ ਚੀਜ਼ ਬਣਾ ਦਿਓ, ਕਿ ਥੜਾ ਬਣਾ ਦਿਓ, ਕਿ ਮਨਾਰ ਬਣਾ ਦਿਓ, ਕਿ ਲਿਖਿਆ ਜਾਊਗਾ ਫਲਾਣੀ ਯਾਦ ਕਰੋ, ਮੁੜ ਕੇ ਕੱਲ ਨੂੰ ਪੰਗਾ ਪਊ, ਕੀ ਫਾਇਦਾ ਹੁੰਦਾ। ਬਿਲਕੁਲ। ਸਰਸਾ ਸਾਹਿਬ ਤੁਹਾਡੇ ਆਪਣੇ ਸਕੂਲ ਤੇ ਬੰਦ ਹੋ ਰਿਹਾ ਤੇ ਤੁਸੀਂ ਯਾਦਗਾਰਾਂ ਬਣਾਉਣ ਦੀ ਉੱਥੇ ਗੱਲ ਕਰਦੇ, ਕਿੱਥੋਂ ਪੈਸੇ ਲੈ ਕੇ ਆਓਗੇ। ਇੱਧਰ ਤਾਂ ਐ ਨਾ ਜੀ, ਇੱਧਰ ਥੋੜੇ ਜਿਹੇ ਫਿਰ ਇੱਧਰ ਕਹਿਣਗੇ ਵੀ ਫੰਡ ਚੰਗਾ ਇਕੱਠਾ ਹੋ ਜਾਊਗਾ ਯਾਦਗਾਰ ਦੇ ਨਾਂ ਤੇ। ਹਾਂਜੀ, ਬਹਿੰਦੀ ਗੰਗਾ 'ਚ ਹੱਥ ਧੋ ਲਾਂਗੇ, ਉੱਥੇ 4 ਇੱਟਾਂ ਲਾ ਕੇ ਸੀਮੈਂਟ ਲਾ ਕੇ ਤੇ ਖੜਾ ਕਰਕੇ ਯਾਦਗਾਰ ਬਣਾ ਦੇਣਗੇ। ਦਾਨੇਵਾਲੀਆ ਸਾਹਿਬ ਮੁਲਾਜ਼ਮਾਂ ਦੇ ਇਸ ਕਮੇਟੀ ਦੇ ਹੁੰਦੇ ਆ 150 ਕੇਸ ਅਜੇ ਅਦਾਲਤਾਂ ਚੱਲਦੇ, 150 ਕੇਸ, ਜਿਹਦੇ ਵਿੱਚੋਂ 22 ਕੇਸਾਂ ਦਾ ਜਿਹੜਾ ਫੈਸਲਾ ਜੇ ਰਾਖਵਾ ਰੱਖਿਆ ਕੋਰਟ ਨੇ ਜੀ। ਜਿੱਦਣ ਉਹ ਸੁਣਾ ਦਿੱਤਾ ਤੇ ਘੱਟੋ ਘੱਟ 6ਵੇਂ ਤੇ 7ਵੇਂ ਕਮਿਸ਼ਨ ਤੇ ਹੋਰ ਬਾਕੀ ਉਹਨਾਂ ਦੇ ਬਕਾਇਆ ਸ਼ਿਕਾਇਤ ਦੇਣੇ ਵਾਸਤੇ ਘੱਟੋ ਘੱਟ 150 ਲੈ ਕੇ 200 ਕਰੋੜ ਰੁਪਏ ਚਾਹੀਦਾ ਐਸਜੀਪੀਸੀ ਦਿੱਲੀ ਕਮੇਟੀ ਨੂੰ। ਕਿੱਥੋਂ ਲੈ ਕੇ ਉਹਨਾਂ ਦੇ ਜੀ, ਫਿਰ ਗੁਰਦੁਆਰਾ ਵਿੱਚ ਕੋਈ। ਇਸੇ ਕਰਕੇ ਸੱਚਾ ਸਾਹਿਬ ਅਸੀਂ ਤੁਹਾਡੇ ਖਿਲਾਫ ਨਹੀਂ, ਤੁਹਾਡੀ ਭਾਵਨਾ ਠੀਕ ਹੈ, ਬਿਲਕੁਲ ਠੀਕ, ਲੇਕਿਨ ਜਦੋਂ ਕੋਈ ਬਿਆਨ ਦੇਣਾ ਥੋੜਾ ਸੋਚ ਸਮਝ ਕੇ ਦੇਣਾ, ਕਿਉਂਕਿ ਜਿਹਦੇ ਨਾਲ ਕੋਈ ਕੜਤਨ ਪੈਦਾ ਨਾ ਹੋ। ਬਿਲਕੁਲ, ਗੱਲ ਕੜਤਨ ਵਾਲੀ ਦੇਖੋ, ਉੱਥੇ ਵਿਚਾਰੇ ਬੈਠੇ ਵੀ ਸਾਡੇ ਜਿਹੜੇ ਸਿੱਖ ਨੇ ਉਹ ਤਾਂ ਹੈ ਹੀ ਗਿਣਤੀ ਦੇ, ਨਾਲੇ ਹੈ ਛੋਟੇ ਕਿਸਾਨ ਜਮਾਂ ਹੀ। ਉਹ ਤਾਂ ਮੈਂ ਕਹਿੰਦਾ ਕਿ ਤਕੜੇ ਜਿਗਰੇ ਵਾਲੇ ਆ। ਦੇਖੋ ਇਹੋ ਜਿਹੇ ਥਾਵਾਂ ਤੇ ਬੈਠੇ ਜਿਹੜੇ ਸਮਾਂ ਕੱਢ ਰਹੇ ਆ ਤੇ ਆਪਦਾ ਇੰਨਾ ਜੋਸ਼ੋ ਖਰੋਸ਼ 'ਚ ਨੇ। ਬਿਲਕੁਲ ਜੀ। ਹੁਣ ਟਕੈਤ ਸਾਹਿਬ ਨੇ ਅਨਾਊਂਸ ਕਰਤਾ ਵੀ 18 ਨੂੰ ਰੇਲ ਰੋਕੋ ਤੇ 25 ਨੂੰ ਫਿਰ ਜਾ ਕੇ ਅਸੀਂ ਜਿਹੜਾ ਉਹ
ਮਖਲਾਊ ਰੈਲੀ ਕਰਾਂਗੇ, ਕਿਸਾਨ ਮਹਾਪੰਚਾਇਤ ਕਰਾਂਗੇ। ਪ੍ਰਿੰਕਾ ਗਾਂਧੀ ਆਈ ਜੀ, ਉਹਨੂੰ ਕਹਿਤਾ ਬੀਬੀ ਜੀ ਆਇਆਂ ਨੂੰ ਤੁਹਾਨੂੰ, ਲੇਕਿਨ ਸਾਡੀ ਮਜਬੂਰੀ ਹੈ ਵੀ ਤੁਹਾਨੂੰ ਸਟੇਜ ਤੇ ਨਹੀਂ ਬਿਠਾ ਸਕਦੇ। ਜਯੰਤ ਚੌਧਰੀ ਆਇਆ ਵਾ, ਪਹਿਲਾਂ ਜਯੰਤ ਚੌਧਰੀ ਏਅਰਪੋਰਟ ਤੇ ਰੋਕ ਲਿਆ ਗਿਆ ਨਖਲਾਊ, ਮੁੜ ਕੇ ਫਿਰ ਛੱਡ ਦਿੱਤਾ ਗਿਆ। ਉਹ ਆਇਆ ਤਾਂ ਉਹਨੂੰ ਵੀ ਕਹਿਤਾ ਵੀ ਚੌਧਰੀ ਸਾਹਿਬ ਵੀ ਆਰ ਸੌਰੀ, ਤੁਹਾਨੂੰ ਸਟੇਜ ਤੇ ਨਹੀਂ ਬਿਠਾ ਸਕਦੇ, ਤੁਸੀਂ ਥੱਲੇ ਬਹਿ ਗਏ ਹੋਣੇ ਜੀ। ਉਹ ਦੋਵਾਂ ਲੀਡਰਾਂ ਨੇ ਜਨਤਾ 'ਚ ਬਹਿ ਕੇ ਹਾਜ਼ਰੀ ਭਰੀ ਬਕਾਇਦਾ ਤੌਰ ਤੇ ਜੀ। ਪ੍ਰਿੰਕਾ ਗਾਂਧੀ ਨੇ ਇੱਕ ਵਾਰੀ ਮਰੀ ਹੋਈ ਕਾਂਗਰਸ ਜਾਣ ਪਾਤੀ ਉੱਥੇ, ਹਾਲੀ ਕਿ ਉਹਨਾਂ ਦਾ ਉੱਥੇ ਕੋਈ ਬਹੁਤਾ ਜਿਹੜਾ ਵਾ ਆਧਾਰ ਨਹੀਂ ਹੈਗਾ, ਨਹੀਂ ਆਧਾਰ ਤੇ ਹੈਗਾ ਵਾ, ਲੇਕਿਨ ਉਹਨਾਂ ਦੀ ਆਪਣੀ ਉੱਥੇ ਦੀ ਕਾਂਗਰਸ ਕਮੇਟੀ ਕੋਈ ਸੋਲਿਟੀ ਹੈਗੀ। ਨਹੀਂ ਵੈਸੇ ਵੀ ਉਹ ਇਲਾਕਾ ਜਿਹੜਾ ਥੋੜਾ ਜਿਹਾ ਉਧਰਲਾ ਆ ਜਾਂਦਾ ਨਾ ਸੈਂਟਰ। ਇਸ ਕਰਕੇ ਚੰਗਾ ਤਕੜਾ ਇਕੱਠ ਹੋਇਆ, ਬੜੀਆਂ ਸਪੀਚਾਂ ਆਈਆਂ ਨੇ, ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਹਦੀ ਮੰਗੀ ਗਈ ਵੀ ਭਾਈ ਇਹਨੂੰ ਤੋਰੋ, ਨਹੀਂ ਤੋਰੋਗੇ ਸਾਡਾ ਜਿਹੜਾ ਸੰਘਰਸ਼ ਹੋਰ ਤੇਜ਼ ਹੋਊਗਾ, ਜੇ ਤੇਜ਼ ਹੋਊਗਾ ਤੇ ਉਹਦਾ ਅਸਰ ਤੁਹਾਡੇ ਤੇ ਵੀ ਪਏਗਾ, ਸਾਡੇ ਤੇ ਵੀ ਪਏਗਾ। ਲੇਕਿਨ ਮੈਂ ਸੋਚਦਾ ਵੀ ਇਸ ਵੇਲੇ ਚੰਗੀ ਗੱਲ ਹੈ ਵੀ ਉਹ ਸੰਯੁਕਤ ਕਿਸਾਨ ਮੋਰਚੇ ਨੇ ਬਕਾਇਦਾ ਤੌਰ ਤੇ ਇਹਨੂੰ ਸਿੱਖਾਂ ਦਾ ਤੇ ਹਿੰਦੂਆਂ ਦਾ ਮਸਲਾ ਨਹੀਂ ਬਣ ਦਿੱਤਾ। ਬੀਜੇਪੀ ਬੜਾ ਚਾਹੁੰਦੀ ਸੀ, ਬੀਜੇਪੀ ਵਾਲਿਆਂ ਨੇ ਤਾਂ ਪੂਰਾ ਜ਼ੋਰ ਲਾਇਆ ਵਾ ਜੀ। ਤੁਸੀਂ ਦੇਖੋ ਨਾ, ਹੈਰਾਨੀ ਦੀ ਗੱਲ ਇਹ ਹੈ ਕਿ ਦੇਖੋ ਵੀ ਕੀ ਕੁਛ ਹੋਈ ਜਾਂਦਾ। ਆਪਣੇ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਖੱਟੜ ਸਾਹਿਬ ਦੀ, ਕਹਿੰਦੇ ਸੀ ਡਾਂਗਾਂ ਨੂੰ ਤੇਲ ਲਾਓ ਬਾਈ, ਜੇ ਤੁਸੀਂ ਵੀ ਜਵਾਬ ਨਹੀਂ ਦਿਓਗੇ ਤਾਂ ਫਿਰ ਗੱਲ ਕਿਵੇਂ ਬਣੂਗੀ, ਹੈ ਜੀ। ਉਹਦੇ ਜਿਹੜੇ ਨੇ ਕੀ ਕਹਿੰਦੇ ਨਤੀਜੇ ਲਖੀਮਪੁਰ ਆਏ, ਹੁਣ ਭਾਜਪੀਏ ਹੋਰ ਲਖੀਮਪੁਰ ਵਰਗੇ ਘਟਨਾਵਾਂ ਨੂੰ ਅੰਜਾਮ ਦੇਣ ਲਈ ਕਹਿੰਦੇ ਤਿਆਰੀਆਂ ਵੱਟ ਰਹੇ ਨੇ। ਇਹ ਕਿਹਨਾਂ ਨੇ ਕਿਹਾ ਜੀ? ਕਿਸਾਨਾਂ ਨੂੰ ਸੁਚੇਤ ਕਿਹਨੇ ਕੀਤਾ? 2-3 ਜਗ੍ਹਾ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ ਛੋਟੀਆਂ, ਜਿਹਦੇ ਵਾਸਤੇ ਟਕੈਤ ਸਾਹਿਬ ਨੇ ਕਹਿਣਾ, ਟਕੈਤ ਸਾਹਿਬ ਨੇ ਕਿਹਾ ਭਾਈ ਬਾ ਬਿਲਕੁਲ ਸ਼ਾਂਤੀ ਨਾਲ ਕੰਮ ਕਰਨਾ, ਆਪਣੇ ਕੋਲ ਜਿਹੜੇ ਮੰਚ ਹੈਗੇ ਆਪਾਂ ਉਹਨਾਂ ਮੰਚਾਂ ਦੀ ਗੱਲ ਕਰਨੀ ਜੀ, ਆਪਾਂ ਕੋਈ ਝਗੜਾ ਨਹੀਂ ਕਰਨਾ। ਕਿਉਂਕਿ ਵੇਖੋ ਮੈਂ ਅੱਜ ਦੀ ਤੁਹਾਡੇ ਨਾਲ ਗੱਲ ਕਰਾਂ ਜੀ, ਮੋਦੀ ਸਰਕਾਰ ਦੇ ਵਿੱਚ 44% ਜਿਹੜੇ ਹੈ ਨਾ ਕੈਬਨਿਟ ਦੇ ਵਿੱਚ 44% ਮੰਤਰੀ ਜਿਹੜੇ ਉਹ ਕ੍ਰਿਮੀਨਲ ਜੀ, ਮਤਲਬ 36 ਮੰਤਰੀ ਜਿਹੜੇ ਕ੍ਰਿਮੀਨਲ, ਜਿਨ੍ਹਾਂ ਦੇ ਵਿੱਚ ਅਜੇ ਮਿਸ਼ਰਾ ਦਾ ਨਾਮ ਹੀ ਟੌਪ ਤੇ ਬੋਲਦਾ। ਤੁਹਾਨੂੰ ਕੀ ਲੋੜ ਇਹੋ ਜਿਹੇ ਬੰਦਿਆਂ ਨੂੰ ਮੰਤਰੀ ਬਣਾਉਣ ਦੀ ਜੀ? ਜੇ ਤੁਸੀਂ ਕਹਿੰਦੇ ਜੀ ਬ੍ਰਾਹਮਣ ਨੂੰ ਬਣਾ, ਬ੍ਰਾਹਮਣ ਤੁਹਾਡੇ ਕੋਲ ਹੋਰ ਬੜੇ ਅੱਗੇ ਆ, ਇਹਨੂੰ ਕਹਿੰਦੇ ਬਣਾਉਣਾ ਤੁਸੀਂ? ਇਹਨੂੰ ਬਣਾ ਕੇ ਤੁਸੀਂ ਆਹ ਕੀ ਚੰਦ ਚਾੜਿਆ। ਹੁਣ ਉਹਦੇ ਮੁੰਡੇ ਦਾ ਬੇਸ਼ੱਕ 3 ਦਿਨ ਦਾ ਰਿਮਾਂਡ ਲਿਆ, ਲੇਕਿਨ ਕੱਖ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਵੀ ਹੋਮ ਮਿਨਿਸਟਰ ਦਾ ਪਿਓ ਤੇ ਹੁਣ ਕੰਮ ਕੀ ਹੋਊਗਾ ਜੀ? ਪੁਲਿਸ ਵੀ ਉਹਦੇ ਅੰਡਰ ਆ। ਜਾਂ ਤੇ ਉਹਦੇ ਕੋਲ ਅਸਤੀਫਾ ਲੈ ਲੈਂਦੇ, ਉਹਨੂੰ ਕਹਿੰਦੇ ਚੱਲ ਘਰ ਨੂੰ ਵੀ ਤੇਰੀ ਲੋੜ ਨਹੀਂ, ਕਿ ਫਿਰ ਤੇ ਪੁਲਿਸ ਕੋਈ ਇਨਵੈਸਟੀਗੇਸ਼ਨ ਸਹੀ ਕਰ ਲੈਂਦੀ, ਕੁਛ ਨਹੀਂ ਹੋਣਾ। ਵੇਖ ਲਓ ਵਿਸ਼ਾਖੇ ਦੇ ਵਿੱਚ। ਲੇਕਿਨ ਜਿਹੜੀ ਅੱਜ ਵੀਡੀਓ ਜਾਰੀ ਹੋਈ ਹੈ, ਜਿਹੜੀ ਦੈਨਿਕ ਭਾਸਕਰ ਨੇ ਕੀਤੀ ਹੈ, ਉਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਕਹਿਤਾ ਵੀ ਜਿਹੜੀ ਥਾਰ ਗੱਡੀ ਸੀ ਉਹ ਆਸ਼ੀਸ਼ ਮਿਸ਼ਰਾ ਚਲਾ ਰਿਹਾ ਸੀ ਜੀ, ਵਿਖਾਤਾ ਉਹਨਾਂ ਨੇ। ਨਹੀਂ ਤੇ ਪਹਿਲਾਂ ਕਿਸਾਨ ਵੀ ਕਹਿੰਦੇ ਸੀ ਉਹ ਨਾਲ ਬੈਠਾ ਸੀ, ਨਾਲ ਬੈਠਾ ਹੋ ਕੇ ਮੁੜ ਕੇ ਭੱਜਾ, ਉੱਥੋਂ ਭੱਜਾ, ਪਿਸਤੌਲ ਲੈ ਕੇ ਭੱਜਾ, ਗੋਲੀ ਚੱਲਣ ਭੱਜਾ ਉੱਥੋਂ ਜੀ। ਲੇਕਿਨ ਅੱਜ ਸਾਬਤ ਹੋ ਗਿਆ ਵੀ ਨਹੀਂ, ਉਹ ਥਾਰ ਗੱਡੀ ਆਪ ਚਲਾਉਂਦਾ ਸੀ। ਜੇ ਕਿਤੇ ਇਹ ਸਾਬਤ ਹੋ ਜਾਂਦਾ ਵੀ ਉਹ ਨਾਲ ਬੈਠਾ ਜੀ ਤੇ ਉਹਦੇ ਕੋਲ ਬੜਾ ਤਕੜਾ ਹੈਗਾ ਸੀ ਬਹਾਨਾ। ਦੇਖੋ ਜੀ, ਮੈਂ ਤੇ ਡਰਾਈਵਰ ਨੂੰ ਬੜਾ ਰੋਕਿਆ, ਪਤਾ ਨਹੀਂ ਡਰਾਈਵਰ ਦੇ ਮਨ ਚ ਕੀ ਹੈ, ਉਹਦੀ ਗੱਡੀ ਚੜਾ ਜੀ, ਮੈਂ ਥੋੜੀ ਚੜਾਈ ਕੋਈ। ਇੱਕ ਐਕਸਕਿਊਜ਼ ਉਹਦੇ ਕੋਲ ਹੈਗਾ ਸੀ, ਭਾਵੇਂ ਕਿ ਸਾਜ਼ਿਸ਼ ਸੀ। 120 ਦਾ ਮਤਲਬ ਸਾਜ਼ਿਸ਼ ਵੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਸਾਡੇ ਲਲਕਾਰਾ ਵਾਲੇ ਤੋਂ ਪਹਿਲਾਂ ਸਜ਼ਾ ਹੁੰਦੀ, ਬਾਕੀ ਬਾਅਦ ਚ ਹੁੰਦੀ। ਹਾਂਜੀ ਹਾਂਜੀ। ਇਸੇ ਕਰਕੇ ਉਹ ਜਿਹੜੀ ਵੀਡੀਓ ਜਾਰੀ ਹੋਈ ਇਹਨਾਂ ਦੀ DVD ਕਹਿੰਦੇ ਸੀ, ਉਹਦੇ ਇਹਨਾਂ ਜਿਹੜੀ ਲੋਕਲ ਲਈ ਇਹਨਾਂ ਨੇ ਉਹ ਜਾਰੀ ਕੀਤੀ ਆ ਦੈਨਿਕ ਭਾਸਕਰ ਜੀ। 2 ਕੀਤੀਆਂ ਨੇ, ਉਹਦੇ ਵਿੱਚ ਬਕਾਇਦਾ ਤੌਰ ਤੇ ਸਪਸ਼ਟ ਵਿਖਾਇਆ ਕਿ ਥਾਰ ਗੱਡੀ ਜਿਹੜਾ ਆਸ਼ੀਸ਼ ਮਿਸ਼ਰਾ ਆਪ ਚਲਾ ਰਿਹਾ ਸੀ। ਆਪ ਚਲਾ ਰਿਹਾ ਸੀ ਫਿਰ ਤੇ ਦੋਸ਼ੀ ਸਾਬਤ ਹੋ ਗਿਆ, ਫਿਰ ਤਾਂ ਕੁਝ ਕਰ ਨਹੀਂ ਸਕਦੇ। ਲੇਕਿਨ ਅੱਗੇ ਵੇਖੋ, ਅੱਜ ਉਹਦੀ ਪੁੱਛ ਪੜਤਾਲ ਹੋਈ ਆ, ਕੱਲ ਵੀ ਹੋਣੀ ਹੈ, ਪਰਸੋਂ ਵੀ ਹੋਣੀ ਆ, ਤੇ ਕੀ ਸੱਟੇ ਨਿਕਲਦੇ ਉਹਦੇ। ਦੇਖੋ ਕੀ ਬਣਦਾ, ਲੱਗੇ ਤਾਂ ਸਾਰਾ ਕੁਝ ਹੀ ਆ, ਪਰ ਇਹ ਕਹਿੰਦੇ ਵੀ ਅਸੀਂ ਅਸਤੀਫਾ ਲੈ ਕੇ ਹਟਾਂਗੇ। ਕਹਿੰਦੇ ਬਿਲਕੁਲ, ਚਲੋ ਲੈ ਲਓ, ਚੰਗੀ ਗੱਲ ਹੈ। ਤੇ ਥਾਣਿਆਂ ਦੇ ਵਿੱਚ ਨਸ਼ਾ ਬਹੁਤ ਪਿਆ ਪਿਛਲੇ ਸਮੇਂ ਦੇ ਵਿੱਚ, ਕੋਈ ਇਹਨੂੰ ਉਹ ਨਹੀਂ ਕੀਤਾ, ਨਸ਼ਟ ਨਹੀਂ ਕੀਤਾ ਗਿਆ, ਹੋਰ ਨਹੀਂ ਕੀਤਾ ਗਿਆ। ਇਹ ਤਾਂ ਫਿਰ ਗਾਂ ਸਮਗਲਿੰਗ ਹੋ ਸਕਦੀ ਹੈ ਜੀ ਇਹਦੀ ਗਾਂ ਫੇਰ ਤੋਂ। ਮੈਨੂੰ ਯਾਦ ਹੈ ਇੱਕ ਵਾਰੀ 82 ਇਹ ਗੱਲ ਹੈਗੀ ਆ 88-99 ਦੀ, ਕਹਿੰਦੇ ਇੱਕ ਟਰੱਕ ਪੂਰਾ ਭੁੱਕੀ ਦਾ ਭਰਿਆ ਬਦਨੀ ਥਾਣੇ 'ਚ ਫੜਿਆ ਸੀ ਜੀ। ਉਹ ਬਾਹਰ ਪਿਆ ਰਿਹਾ ਤੇ ਜਦੋਂ ਉਹਦਾ ਸੈਂਪਲ ਕੱਢਿਆ ਤੇ ਉਹ ਨਿਕਲਿਆ ਜੀ ਆਪਣੇ ਦਾ ਬਰੂਦਾ ਲੱਕੜ ਦਾ। ਉਹ ਹੋਇਆ ਕਿ
ਦੇਖ ਲਓ ਹੁਣ ਤੁਸੀਂ ਜਾਣੋ ਵੀ ਬਰੂਦਾ ਰੱਖਦਾ ਤੇ ਟਰੱਕ ਦਾ ਟਰੱਕ ਭੁੱਕੀ ਗਾਇਬ ਕਰਤਾ ਸੀ। ਨਾਲੇ ਸਮਗਲਰ ਬਰੀ ਹੋ ਗਏ, ਨਾਲੇ ਉਹ ਕਿਸੇ ਨੇ ਪੁੱਛਿਆ ਨਹੀਂ, ਮਾਮਲੇ ਉਹੋ ਜਿਹੇ ਸੀਗੇ ਜੀ। ਸਮਾਂ ਵੀ ਯੂਐਸ ਗੇਰਾ ਜੱਜ ਹੁੰਦੇ ਸੀ। ਯੂਐਸ ਗੇਰਾ ਜਿਹੜੇ ਸੀ ਉਹ ਮੈਕਡਾਵਲ ਪੀਣ ਦੇ ਸ਼ੌਕੀਨ ਸੀ ਜੀ। ਪੁਲਿਸ ਨੇ ਜਿਹੜੀ ਮੈਕਡਾਵਲ ਫੜ ਲਈ। ਅੱਛਾ ਜੀ। ਬੰਦਾ ਫੜ ਲਿਆ, 2 ਪੇਟੀਆਂ ਫੜ ਲਈ। ਪੇਟੀਆਂ ਫੜ ਕੇ ਤੇ ਜਦੋਂ ਉਹ ਪੈਕ ਕੀਤਾ, ਲਾਖ ਨੂੰ ਖਲਾਈ ਹੁੰਦੀ ਆ, 2 ਪੇਟੀਆਂ ਫੜੀਆਂ ਦੇ ਜੀ। ਜਦੋਂ ਉੱਤੇ ਬਹਿਸ ਹੋਈ ਤੇ ਵਕੀਲ ਕਹਿੰਦਾ ਖੋਲ ਦੋ ਇਹਨਾਂ ਦੋਵਾਂ ਨੂੰ, ਖੋਲ ਦੋ ਪੇਟੀਆਂ ਜੀ। ਜਦੋਂ ਖੋਲਿਆ ਤੇ ਉਹ ਜਿਹੜੀ ਵਿਸਕੀ ਸੀ ਉਹ ਤੇ ਪੀ ਗਏ ਪੁਲਿਸ ਵਾਲੇ। ਉਹ ਚਲੇ ਗਿਆ ਪਾਣੀ ਜੀ ਰੰਗ ਪਾ ਕੇ। ਉਹ ਕਹਿੰਦਾ ਆ ਮੈਕਡਾਵਲ ਨਾ ਮੈਂ ਰੋਜ਼ ਪੀਂਦਾ, ਇਹ ਮੈਕਡਾਵਲ ਥੋੜਾ ਗਏ ਤੁਸੀਂ ਹੋਏ ਖੋਲੋ ਨੇ ਕਿੱਥੇ ਮੈਕਡਾਵਲ ਲੱਗੀ, ਮੈਕਡਾਵਲ ਹੋਵੇ ਤੇ ਬੋਲੇ ਉੱਤੋਂ ਬੋਲੇ। ਹਾਂਜੀ। ਉਹ ਜਿਹੜਾ ਬੰਦਾ ਸੀ ਉਹਨੇ ਤੂੰ ਦੌੜ ਜਾਵੇ, ਤੂੰ ਬਰੀ। ਇਹੋ ਜਿਹੇ ਤੇ ਕੰਮ ਕਰਦੇ ਆ। ਤੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ 2,32,000 ਕਿਲੋਗ੍ਰਾਮ ਸਾਡੇ ਜਿਹੜੇ ਨਸ਼ੇ ਪਏ ਜੀ, ਜਿਹਦੇ ਵਿੱਚ ਫੀਮ ਵੀ ਆਉਂਦੀ ਆ, ਹੀਰੋਇਨ ਵੀ ਆਉਂਦੀ ਆ, ਚੈਟਸ ਵੀ ਆਉਂਦੀ, ਸਭ ਪ੍ਰਕਾਰ ਦੇ ਆਉਂਦੇ ਜੀ। 2,32,000 ਕਿਲੋਗ੍ਰਾਮ ਕਿੰਨੇ ਹੁੰਦੇ ਸਭ ਤੋਂ ਪਤਾ ਹੀ ਨਹੀਂ ਜੀ ਕੀ ਕੁਛ ਹੋ ਗਿਆ। ਸੁਪਰੀਮ ਕੋਰਟ ਨੇ ਕਿਹਾ ਇਹਨੂੰ ਨਸ਼ਟ ਕੀਤਾ ਜਾਵੇ। ਅੱਛਾ ਜੀ। ਲੇਕਿਨ ਸੁਪਰੀਮ ਕੋਰਟ ਦੇ ਹੁਕਮ ਦੀ ਅਣਦੇਖੀ ਕੀਤੀ ਗਈ ਹੈ। ਤੇ ਹੁਣ ਜਸਟਿਸ ਅਮੋਲ ਸਿੰਘ ਹਾਈ ਕੋਰਟ ਉਹਨਾਂ ਕਿਹਾ ਵੀ ਕਿਉਂ ਨਾ ਤੁਹਾਡੇ ਖਿਲਾਫ ਜਿਹੜੀ ਕੋਰਟ ਆਫ ਕੰਟੈਂਪਟ ਦੀ ਕਾਰਵਾਈ ਕੀਤੀ ਜਾਵੇ, ਕਰ ਦਿੱਤੀ ਜਾਵੇ। ਹਾਂ, ਜੇ ਤੁਸੀਂ ਉਹਨਾਂ ਸੁਪਰੀਮ ਕੋਰਟ ਦੇ ਅੱਖ ਹੀ ਨਹੀਂ ਲੱਗੇ ਕਹਿੰਦੇ ਕੀਤਾ ਨਹੀਂ, ਕਿਉਂ ਨਾ ਕੀਤੀ ਜਾਵੇ ਤੁਹਾਡੇ ਖਿਲਾਫ। ਹੁਣ ਇਹ ਸਰਕਾਰ ਜਵਾਬ ਵੀ ਦੇਵੇਗੀ, ਪੁਲਿਸ ਜਵਾਬ ਦੇਵੇਗੀ ਤੇ ਉਹ ਨਸ਼ਟ ਵੀ ਕਰਨ ਗਿਆ। ਵੀ ਉਹਨਾਂ ਕਿਹਾ ਵੀ ਇਹ ਚੀਜ਼ਾਂ ਚੋਰੀ ਹੋ ਕੇ ਦੁਬਾਰਾ ਸਮਗਲਰ ਕੋਲ ਜਾ ਸਕਦੀਆਂ। ਬਿਲਕੁਲ ਜਾ ਸਕਦੀਆਂ ਜੀ, ਕੀ ਔਖਾ ਹੁੰਦੀਆਂ ਵੀ ਆਈਆਂ। ਕੀ ਫਾਇਦਾ ਫਿਰ ਫੜਦਾ, ਕੀ ਫਾਇਦਾ ਪਹਿਲਾਂ ਰਹਿੰਦਾ ਨਹੀਂ ਉਹਨਾਂ ਕੋਲੇ। ਇਹ ਹੁੰਦਾ ਵਾ ਇਹ ਕਰਦੇ ਨੇ, ਸਭ ਕੁਝ ਕਰਦੇ ਨੇ। ਤੁਸੀਂ ਵੇਖੋ ਨਾ ਕਿੰਨੀ ਵਾਰੀ ਫੜੇ ਗਏ ਨੇ ਪੁਲਿਸ ਵਾਲੇ ਜੀ। ਉਹਨਾਂ ਨੇ ਫਲਾਣੀ ਨੂੰ ਸਮੈਕ ਦੇ ਦਿੱਤੀ, ਫੈਰਨ ਦੇ ਦਿੱਤੀ, ਇੰਨੀ ਵੀ ਕਿੰਨੀ ਵਾਰੀ ਫੜੇ ਗਏ ਨੇ ਜੀ। ਲੇਕਿਨ ਬਿਲਕੁਲ ਜੱਜ ਸਾਹਿਬ ਦਾ, ਜਸਟਿਸ ਸਾਹਿਬ ਦਾ ਬਿਲਕੁਲ ਸਹੀ ਗੱਲ ਵੀ ਤੁਹਾਡੇ ਖਿਲਾਫ ਕੋਰਟ ਆਫ ਕੰਟੈਂਪਟ ਨਾ ਕੀਤੀ ਜਾਵੇ, ਕਿਉਂਕਿ ਤੁਸੀਂ ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ। ਹੁਣ ਭੱਜੇ ਫਿਰਦੇ ਜਵਾਬ ਦੇਣੇ ਵਾਸਤੇ, ਵੇਖੋ ਕੀ ਜਵਾਬ ਦਿੰਦੇ ਆ ਜੀ। ਲੇਕਿਨ ਮੈਂ ਤਾਂ ਚਾਹੂੰ ਵੀ ਬਕਾਇਦਾ ਤੌਰ ਤੇ ਡੀਜੀਪੀ ਦੇ ਖਿਲਾਫ ਤੇ ਜਿਹੜੇ ਇੱਥੇ ਦੇ ਸਮਾਨ ਜੋ ਉਹਨਾਂ ਦੇ ਐਸਐਸਪੀ ਦੇ ਖਿਲਾਫ ਜਿਹੜੀ ਪਰਚਾ ਦਿੱਤਾ ਜਾਣਾ ਤੁਰੇ ਜਾਣ ਮੁੜ ਕੇ ਜੀ। ਜੀ ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ। ਆਉਣੇ ਰੋ। ਹਾਂਜੀ, ਧੰਨਵਾਦ ਸਾਹਿਬ ਤੇ ਪੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਤਾਂ ਇੱਕੋ ਹੀ ਸਵਾਲ ਹੈ ਵੀ ਜਿਹੜੀ ਉਹ ਸ਼ੀਸ਼ ਮਿਸ਼ਰਾ ਹੈ, ਉਹ ਬਦਮਾਸ਼ ਤੇ ਉਹਦਾ ਪੁੱਤ ਜਿਹੜਾ ਹੈ, ਉਹਦੇ ਖਿਲਾਫ ਜੋ ਕਾਰਵਾਈ ਹੋ ਰਹੀ ਹੈ ਉਹ ਵੀਡੀਓ ਰਾਹੀਂ ਕਿਉਂ ਨਹੀਂ ਦਿਖਾਈ ਜਾਂਦੀ ਲੋਕਾਂ ਨੂੰ, ਜਦ ਉਹ ਸਿਸਟਮ ਹੈਗਾ। ਨਹੀਂ, ਉਹ ਦਿਖਾ ਨਹੀਂ ਸਕਦੇ ਜੀ। ਨਹੀਂ ਦਿਖਾ, ਨਹੀਂ ਜੀ, ਨਹੀਂ ਇਨਵੈਸਟੀਗੇਸ਼ਨ ਖਾਲਸਾ ਜੀ ਨਹੀਂ ਦਿਖਾ ਸਕਦੇ। ਸਬ ਜੁਡੀਸ ਮੈਟਰ ਹੈ, ਉਹ ਨਹੀਂ ਹੋ ਸਕਦਾਗਾ। ਕਾਨੂੰਨ ਉਹਨੂੰ ਆਗਿਆ ਕਿਤੇ ਹੀ ਨਹੀਂ ਦਿੰਦਾ, ਦੁਨੀਆ ਭਰ 'ਚ ਹੀ ਨਹੀਂ ਦਿੰਦਾਗਾ। ਤੁਹਾਡੇ ਇੱਥੇ ਅਮਰੀਕਾ ਕੈਨੇਡਾ ਹੀ ਤਾਂ ਨਾਮ ਹੀ ਨਹੀਂ ਦੱਸਦੇ ਜੀ। ਬਾਰ-ਬਾਰ ਕਹਿੰਦਾ ਵੀ ਅਸੀਂ ਆਹ ਦਿਖਾਵਾਂਗੇ ਤੇ ਉਹ ਦਿਖਾਵਾਂਗੇ। ਉਹ ਮੋਦੀ ਦੀਆਂ ਗੱਲਾਂ ਛੱਡੋ ਨਾ ਜੀ। ਕਾਨੂੰਨ ਤਾਂ ਆਪਦੀ ਥਾਂ ਤੇ ਆਪਣੇ ਤਾਂ ਇੱਥੇ ਕੈਨੇਡਾ ਦੇ ਵਿੱਚ ਤਾਂ ਨਾਂ ਨਹੀਂ ਦੱਸ ਸਕਦੇ ਜੀ ਤੁਸੀਂ। ਇੱਥੇ ਤਾਂ ਇੰਡੀਆ 'ਚ ਨਾਂ ਤਾਂ ਦੱਸ ਦਿੰਦੇ ਆ। ਮੋਦੀ ਸਾਹਿਬ ਜਦੋਂ ਨਵੇਂ ਬਣੇ ਸੀ ਪ੍ਰਧਾਨ ਮੰਤਰੀ, ਉਹਨਾਂ ਕਿਹਾ ਸੀ ਹੈ ਇੰਨੇ ਬੰਦੇ ਕ੍ਰਿਮੀਨਲ, ਇੰਨੇ ਬੰਦੇ ਕੋਲ ਕੇਸ ਚੱਲਦਾ ਵਾ। ਉਹਨੇ ਕਿਹਾ ਸੀ ਵਿਦਨ ਏ ਈਅਰ ਸਪੈਸ਼ਲ ਕੋਰਟਾਂ ਬਣਾ ਕੇ ਇਹਨਾਂ ਕੇਸਾਂ ਦਾ ਨਿਪਟਾਰਾ ਕੀਤਾ ਜਾਊਗਾ ਤੇ ਜਿਹੜੇ ਬੰਦੇ ਦੋਸ਼ੀ ਹੋਣਗੇ ਉਹ ਜੇਲ੍ਹ ਜਾਣਗੇ, ਜਿਹੜੇ ਨਿਰਦੋਸ਼ ਹੋਣਗੇ ਉਹ ਘਰ ਨੂੰ ਆਉਣਗੇ। ਅੱਜ 7 ਸਾਲ ਹੋ ਗਏ ਉਹ ਬਿਆਨ ਦਿੱਤੇ ਨੂੰ, ਦੱਸੋ ਕਿੱਥੇ ਕੀਤਾ। ਇਸ ਕਰਕੇ ਮੋਦੀ ਸਾਹਿਬ ਨੂੰ ਛੱਡ ਦਿਓ ਤੁਸੀਂ, ਉਹ ਤੇ ਬੜਾ ਕੁਝ ਕਹਿੰਦੇ ਆ ਤੇ ਹੁੰਦਾ ਕੁਝ ਹੋਰ ਹੀ ਆ ਉੱਥੇ। ਜੀ ਜੀ ਬਿਲਕੁਲ ਜੀ। ਤੇ ਰਜੀਆ ਸੁਲਤਾਨ ਹੋਰਾਂ ਨੇ ਫਿਰ ਪੁਰਾਣੀ ਤਨਖਾਹ ਤੇ ਕੰਮ ਕਰਨਾ ਮੰਨ ਲਿਆ ਜੀ। ਬਿਲਕੁਲ ਜੀ, ਜਦੋਂ ਉਹਨਾਂ ਦੇ ਬੌਸ ਨੇ ਕਰ ਲਿਆ ਤੇ ਫਿਰ ਉਹਨਾਂ ਨੇ ਮੰਨਣਾ ਸੀਗਾ। ਜਦੋਂ ਉਹਨਾਂ ਦੇ ਬੌਸ ਚੁੱਪ ਚਪੀਤੇ ਜਾ ਕੇ ਬਹਿ ਗਏ ਨੇ ਕੁਰਸੀ ਦੇ ਉੱਤੇ, ਲਓ ਜੀ ਠੀਕ ਆਪਾਂ ਆਪਣਾ ਕੰਮ ਸ਼ੁਰੂ ਕਰ ਦਿੰਦੇ, ਕੋਈ ਗੱਲ ਨਹੀਂ ਜੀ। ਜੀ ਉਹਨਾਂ ਆਪਣਾ ਅਸਤੀਫਾ ਵਾਪਸ ਲੈ ਲਿਆ। ਭਾਵੇਂ ਕਿ ਹਾਲ ਦੀ ਘੜੀ ਸਿੱਧੂ ਸਾਹਿਬ ਨੇ ਆਪਣੇ ਮੂੰਹ ਨਹੀਂ ਕੁਛ ਕਿਹਾ, ਲੇਕਿਨ ਰਾਵਤ ਸਾਹਿਬ ਕਹਿਣ ਵਾਪਸ ਲੈ ਲਿਆ। ਹਾਂਜੀ ਹਾਂਜੀ, ਉਹਨਾਂ ਦੀ ਮੀਟਿੰਗ ਵੀ ਹੈਗੀ ਮੇਰੇ ਖਿਆਲ 14 ਤਰੀਕ ਨੂੰ ਵੇਣੂ ਗੋਪਾਲ ਨਾਲ ਤੇ ਰਾਵਤ ਸਾਹਿਬ ਨਾਲ। ਲੇਕਿਨ ਇਹ ਗੱਲ ਠੀਕ ਹੈ, ਰਜੀਆ ਸੁਲਤਾਨਾ ਬਣਦਾ ਸੀ, ਉਹਨੇ ਆਪਣਾ ਰੋਸ ਪ੍ਰਗਟ ਕੀਤਾ। ਰੋਸ ਪ੍ਰਗਟ ਦੇਖਰ ਕੀਤਾ, ਮੈਨੂੰ ਮਹਿਕਮੇ ਮਾੜੇ ਦਿੱਤੇ ਹੋਏ, ਗੱਲ ਕੋਈ ਨਹੀਂ ਸੀਗੀ। ਜਿਹੜੇ ਮਹਿਕਮੇ ਕੈਸ਼ ਹੋ ਨਹੀਂ ਦਿੱਤੇ ਗਏ। ਚਲੋ ਹੁਣ ਰਜੀਆ ਸੁਲਤਾਨਾ ਨੇ ਕੱਲ ਮੀਟਿੰਗ ਜਿਹੜੀ ਹੋਈ ਸੀ ਆਪਣੇ ਦੀ ਮੰਤਰੀ ਮੰਡਲ 'ਚ ਭਾਗ ਲਿਆ, ਬਕਾਇਦਾ ਤੌਰ ਤੇ ਅਸਤੀਫਾ ਵਾਪਸ ਲੈ ਲਿਆ ਵਾ, ਚੰਗੀ ਗੱਲ ਆ।
ਮੈਂ ਤੇ ਸੋਚਦਾ ਵੀ ਚਲੋ ਘੱਟੋ ਘੱਟ ਕਾਂਗਰਸ ਥੋੜੀ ਮਾੜੀ ਡੈਮੋਕ੍ਰੇਸੀ ਹੈਗੀ। ਹਾਂ ਬਿਲਕੁਲ ਹੈਗੀ ਇੰਨੀ ਕਿ ਤਾਂ ਕੋਈ ਸੁਣਵਾਈ ਹੈਗੀ ਹੈ, ਨਹੀਂ ਤਾਂ ਜੇ ਹੋਰ ਕੋਈ ਹੁੰਦਾ ਕਹਿੰਦੇ ਘਰੇ ਤੋਰ ਦਿੰਦੇ। ਅੱਜ ਦੀ ਡੇਟ ਦੇ ਵਿੱਚ ਵੇਖੋ ਦਲਾਨੇ ਵਾਲੀਆਂ 2700 ਪਾਰਟੀਆਂ ਰਜਿਸਟਰਡ ਨੇ ਚੋਣ ਕਮਿਸ਼ਨ ਦੇ, ਤੇ ਚੋਣ ਕਮਿਸ਼ਨ ਦੁਖੀ ਹੋਇਆ ਪਿਆ ਵੀ 500 ਪਾਰਟੀਆਂ ਪਿਛਲੇ 2 ਸਾਲਾਂ ਦੇ ਰਜਿਸਟਰ ਹੋਈਆਂ ਤੇ ਪਿਛਲੇ 6 ਮਹੀਨੇ 100 ਪਾਰਟੀ ਹੋਰ ਰਜਿਸਟਰ ਵਾਸਤੇ ਆਈ ਹੈ। 8 ਪਾਰਟੀਆਂ ਨੈਸ਼ਨਲ ਲੈਵਲ ਤੇ ਕੰਮ ਕਰਦੀਆਂ ਤੇ 50 ਦੇ ਕਰੀਬ ਜਿਹੜੀਆਂ ਉਹ ਰੀਜਨਲ ਲੈਵਲ ਤੇ ਕੰਮ ਕਰਦੀਆਂ, ਜਿਹੜੀਆਂ ਆਪਣਾ ਆਧਾਰ ਰੱਖਦੀਆਂ। ਚੋਣ ਕਮਿਸ਼ਨ ਨੇ ਹੁਣ ਇੱਕ ਪੱਤਰ ਲਿਖਿਆ ਸਰਕਾਰ ਨੂੰ ਵੀ ਕਿਉਂ ਨਾ ਤੁਸੀਂ ਇੱਕ ਕਾਨੂੰਨ ਪਾਸ ਕਰੋ ਵੀ ਜਿਹੜੀਆਂ ਡਿਫੰਕ ਹੈਗੀਆਂ ਨੇ ਪਾਰਟੀਆਂ, ਇਹਨਾਂ ਨੂੰ ਜਿਹੜੀ ਸੀ ਇਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ। ਇਹ ਸਿਰਫ ਕੰਮ ਕੀ ਕਰਦੇ, ਬੰਦੇ ਖੜੇ ਕਰਕੇ ਆਪਣੇ ਜਿਹੜੇ 2 ਨੰਬਰ ਦਾ ਪੈਸਾ 1 ਨੰਬਰ 'ਚ ਕਨਵਰਟ ਕਰਦੇ ਜੀ, ਹੋਰ ਕੁਛ ਨਹੀਂ ਕਰਦੇ। ਇਸ ਕਰਕੇ ਉਹਨਾਂ ਨੇ ਪੱਤਰ ਲਿਖਿਆ ਇਹਨਾਂ ਨੂੰ ਵੀ ਕੁਛ ਨਾ ਕੁਛ ਕਰੋ, ਲੇਕਿਨ ਤੁਹਾਨੂੰ ਪਤਾ ਸਰਕਾਰਾਂ ਇਹੋ ਜਿਹੇ ਕੰਮ 'ਚ ਘੱਟ ਹੀ ਦਖਲਅੰਦਾਜ਼ੀ ਕਰਦੀਆਂ। ਜੀ ਬਿਲਕੁਲ ਜੀ। ਸੋ ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ, ਤੁਹਾਡੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਸੋ ਤੁਸੀਂ